लॉरेंस बिश्नोई जो अपराधी हैं और जेल में बंद हैं, उन्होंने एक कोर्ट को कहा है कि भाई हमें गैंगस्टर या फिर टेररिस्ट ना बुलाया जाए। साथ ही साथ एक वीडियो भी काफ़ी वायरल हो गया है जिसमें 38 सेकंड का वीडियो है जिसमें लॉरेंस बिश्नोई और गौरक्षक मोनू मानेसर बात करते हुए दिखे गए हैं, एक वीडियो कॉल है। तो इस मामले में अब क्या लेटेस्ट डेवलपमेंट है और इसको क्या संजीदगी से लेना चाहिए, इस बारे में तफसील में बात करने के लिए मेरे साथ जुड़े हैं मेरे सहयोगी रितेश लकी साहब। रितेश जी, आपका बहुत बहुत स्वागत है। थैंक यू जी। पहली बार सुन रहा हूँ किसी गैंगस्टर ने जाके बोला है कि भाई मुझे गैंगस्टर ना बुलाओ ना टेररिस्ट बुलाओ। तो क्या है, कोई मतलब कुछ एक पार्ट ऑफ द स्ट्रैटेजी है, क्या है मतलब? देखो, लॉरेंस बिश्नोई ਜਿਹੜਾ ਹੈ ਜੀ, ਲੌਰੈਂਸ ਬਿਸ਼ਨੋਈ ਦੇ ਨਾ ਕੋਰਟਸ ਦੇ ਵਿੱਚ ਬੜੇ ਇੰਟਰਸਟਿੰਗ ਸਬਮਿਸ਼ਨਸ ਹੁੰਦੇ ਨੇ। ਸਰਟਨਲੀ ਉਹ ਮਹਿਸੂਸ ਕਰਦਾ ਕਿ ਗੈਂਗਸਟਰ ਉਹਨੂੰ, ਹਾਲਾਂਕਿ ਗੈਂਗਸਟਰ ਦੇ ਉੱਤੇ ਉਹਨੂੰ ਕਿਉਂ ਇਤਰਾਜ਼ ਹੈ, ਕਿਉਂਕਿ ਉਹਦਾ ਗੈਂਗ ਚੱਲਦਾ ਹੈ। ਇਸ ਚੀਜ਼ ਦੇ ਤਾਂ ਕੋਈ ਇਸ ਸ਼ਬਦ ਦੇ ਉੱਤੇ ਆਪੱਤੀ ਉਹਨੂੰ ਕਿਉਂ ਹੈ, ਇਹ ਨਹੀਂ ਮੈਨੂੰ ਸਮਝ ਵਿੱਚ ਆਇਆ। ਔਰ ਮੇਬੀ ਹੀ ਇਜ਼ ਟਰਾਈਂਗ ਟੂ ਹੈਵ ਅ ਰੈਪੂਟੇਸ਼ਨ ਹੈ, ਜਿਹਨੂੰ ਕਹਿੰਦਾ ਕਿ ਆਪਣੀ ਪ੍ਰੋਫਾਈਲ ਬਦਲਣਾ ਚਾਹ ਰਿਹਾ ਹੈ ਲੌਰੈਂਸ ਬਿਸ਼ਨੋਈ। ਹਾਂ, ਅੱਤਵਾਦੀ ਸ਼ਬਦ ਕਿਉਂ ਵਰਤਿਆ ਗਿਆ, ਇਸ ਉੱਤੇ ਉਹਦਾ ਜਿਹੜਾ ਇਤਰਾਜ਼ ਹੈ ਉਹ ਕੁਛ ਹੱਦ ਤੱਕ ਸੁਭਾਵਿਕ ਹੈ, ਜਾਇਜ਼ ਹੋਏਗਾ। ਕਿਸੇ ਵਿਅਕਤੀ ਨੂੰ ਅੱਤਵਾਦੀ ਕਹੋ ਤਾਂ ਉਹ ਆਪਣੇ ਆਪ ਨੂੰ ਅੱਤਵਾਦੀ ਅਖਵਾਉਣਾ ਨਹੀਂ ਚਾਹੁੰਦਾ। ਲੇਕਿਨ ਹਾਂ, ਜੋ ਉਹਨੂੰ ਆਬਜੈਕਸ਼ਨ ਹੈ ਕਿ ਗੈਂਗਸਟਰ ਦੇ ਉੱਤੇ, ਗੈਂਗ ਤਾਂ ਉਹਦਾ ਚੱਲਦਾ ਹੈ ਐਂਡ ਪ੍ਰੋਪਰ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਉਹਦਾ ਸਿੰਡੀਕੇਟ ਚੱਲਦਾ ਹੈ, ਉਹਦੇ ਗੈਂਗਸਟਰ ਨੇ। ਸਿੱਧੂ ਮੂਸੇਵਾਲਾ ਦਾ ਕਤਲ, ਉਸ ਦੇ ਵਿੱਚ ਪੂਰਾ ਦਾ ਪੂਰਾ ਇਨਵੋਲਵਮੈਂਟ ਲੌਰੈਂਸ ਬਿਸ਼ਨੋਈ ਦੀ ਰਹੀ ਹੈ। ਸੋ ਇਹ ਹੈਰਾਨੀ ਹੈ ਕਿ ਉਹ ਕਿਉਂ ਕਹਿ ਰਿਹਾ ਹੈ। ਲੇਕਿਨ ਤੁਹਾਨੂੰ ਇਸ ਤੋਂ ਕੁਝ ਮਹੀਨੇ ਪਹਿਲਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ। ਲੌਰੈਂਸ ਬਿਸ਼ਨੋਈ ਨੇ ਰਾਜਸਥਾਨ ਦੀ ਕੋਰਟ 'ਚ ਇਹਨੂੰ ਲੈ ਕੇ ਗਏ ਸੀਗੇ, ਉੱਥੇ ਕੋਈ ਰਿਮਾਂਡ ਦੇ ਉੱਤੇ। ਤੇ ਉਸ ਵਕਤ ਲੌਰੈਂਸ ਬਿਸ਼ਨੋਈ ਨੇ ਰਾਜਸਥਾਨ ਦੇ ਵਿੱਚ ਨਾ ਅਦਾਲਤ ਦੇ ਵਿੱਚ ਇੱਕ ਸਬਮਿਸ਼ਨ ਪਾਈ ਸੀ, ਉਹ ਵੀ ਬੜੀ ਇੰਟਰਸਟਿੰਗ ਸੀ, ਐਵੇਂ ਦੀ ਸੀਗੀ। ਉਹਦੇ ਵਿੱਚ ਉਹਨੇ ਕਿਹਾ ਸੀ ਕਿ ਮੈਨੂੰ ਰਾਜਸਥਾਨ ਦੀ ਸਰਕਾਰ ਤੇ ਪੁਲਿਸ, ਯਾਨੀ ਕਿ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਖਤਰਾ ਹੈ, ਦੀ ਸਰਕਾਰ ਤੋਂ, ਯਾਨੀ ਕਿ ਦੋਵੇਂ ਧਿਰਾਂ। ਤੇ ਉਹ ਵੀ ਬਹੁਤ ਹੈਰਾਨ ਕਰ ਦੇਣ ਵਾਲਾ ਇੱਕ ਸਬਮਿਸ਼ਨ ਸੀ ਵੀ ਅਦਾਲਤ ਦੇ ਵਿੱਚ ਦੋ ਪਾਰਟੀਆਂ ਦਾ ਨਾਂ ਲੈ ਕੇ ਕਿਹਾ ਵੀ ਉਹਨਾਂ ਪਾਰਟੀਆਂ ਤੇ ਉਹਨਾਂ ਸਰਕਾਰਾਂ ਤੋਂ ਖਤਰਾ ਹੈ, ਕਿਉਂਕਿ ਪਾਰਟੀਆਂ ਨੌਨ ਬੀਜੇਪੀ ਸਟੇਟ ਸੀ। ਸੋ ਉਸ ਤੋਂ ਬਾਅਦ ਕਈ ਵਾਰ ਇਲਜ਼ਾਮ ਹਮੇਸ਼ਾ ਲੱਗਦੇ ਰਹੇ ਨੇ, ਪਹਿਲਾਂ ਵੀ ਲੱਗੇ ਨੇ, ਕਿ ਸ਼ਾਇਦ ਲੌਰੈਂਸ ਬਿਸ਼ਨੋਈ ਦੇ ਪਿੱਛੇ ਕਿਸੇ ਦਾ ਹੱਥ ਹੈ, ਕੋਈ ਪਿੱਛੇ ਕੋਈ ਥਾਪੜਾ ਦੇ ਰਿਹਾ ਹੈ, ਕੇਂਦਰ ਸਰਕਾਰ ਦੀ ਕੋਈ ਸ਼ਕਤੀਆਂ ਕੰਮ ਕਰ ਰਹੀ ਨੇ। ਇਸ ਤਰੀਕੇ ਦੀਆਂ ਥਿਊਰੀਜ਼ ਆਉਂਦੀਆਂ ਰਹੀਆਂ ਨੇ, ਨਾਟ ਬੀਨ ਸਬਸਟੈਂਸ਼ੀਏਟਿਡ, ਬਟ ਇਸ ਤਰੀਕੇ ਦੇ ਉਹ ਪਹਿਲਾਂ ਵੀ ਉਹਦੇ ਵਕੀਲ ਵੱਲੋਂ ਪਾਈ ਜਾਂਦੇ ਰਹੇ ਹੈਗੇ ਨੇ ਅਦਾਲਤਾਂ ਦੇ ਵਿੱਚ। ਸੋ ਇਸ ਵਕਤ ਹੈਰਾਨੀ ਹੈ ਵੀ ਗੈਂਗਸਟਰ ਕਿਉਂ ਨਹੀਂ ਅਖਵਾਉਣਾ ਚਾਹ ਰਿਹਾ, ਜਦੋਂ ਕਿ ਇਹ ਤਾਂ ਪੂਰਾ ਦਾ ਪੂਰਾ ਅਪਰਾਧੀ ਹੈ, ਗੈਂਗਸਟਰ ਹੈ। ਹੀ ਇਜ਼ ਅ ਕ੍ਰਿਮੀਨਲ ਐਂਡ ਹੀ ਹੈਜ਼ ਟੀਵੀ ਦੇ ਉੱਤੇ ਇੰਟਰਵਿਊਜ਼ ਦੇ ਵਿੱਚ ਇਹਨੇ ਖੁੱਲ੍ਹ ਕੇ ਬੋਲੇ, ਆਪਣੇ ਮਨਸੂਬੇ ਜ਼ਾਹਰ ਕੀਤੇ ਨੇ ਵੀ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ, ਸਿੱਧੂ ਮੂਸੇਵਾਲਾ ਨੂੰ ਮਰਵਾਉਣਾ ਚਾਹੁੰਦਾ ਸੀ, ਮਰਵਾਇਆ ਵੀ, ਠੀਕ ਹੈ ਨਾ। ਫਾਈਨਲੀ ਇਹਦੇ ਕਹੇ ਤੇ ਇਹਦੀ ਮਰਜ਼ੀ ਤੋਂ ਬਾਅਦ ਹੀ ਪਲੈਨਿੰਗ ਹੋਈ ਤੇ ਗੋਲਡੀ ਬਰਾੜ ਨੇ ਐਗਜ਼ੀਕਿਊਟ ਕਰਾ ਕੇ ਉਹਨੂੰ ਮਰਵਾਤਾ। ਸੋ ਵੰਡਰਿੰਗ ਤੇ ਸਰਪ੍ਰਾਈਜ਼ਿੰਗ ਕੀ ਇਹੋ ਜਿਹੇ ਲੋਕ ਹੁਣ ਕੀ ਕੋਈ ਇਲੈਕਸ਼ਨ ਤਾਂ ਨਹੀਂ ਲੜਨ ਦੀ ਤਿਆਰੀ ਕਰਦੇ ਪਏ, ਕਿਉਂਕਿ ਤਾਂ ਹੀ ਕਰਕੇ ਗੈਂਗਸਟਰ ਤੇ ਅੱਤਵਾਦੀ ਦੇ ਜਿਹੜੇ ਤੁਹਾਨੂੰ ਖਿਤਾਬ ਹੁੰਦੇ ਨੇ ਤਾਂ ਅੰਡਰਵਰਲਡ ਦੇ ਵਿੱਚ ਯੂਜੂਅਲੀ ਤੁਸੀਂ ਕਿਸੇ, ਜਿਵੇਂ ਕਹਿੰਦੇ ਨੇ ਵੀ ਕਿਸੇ ਗੈਂਗਸਟਰ ਨੂੰ ਪਹਿਲਾਂ ਤਾਂ ਗਲੀ ਦਾ ਗੁੰਡਾ ਹੁੰਦਾ, ਫਿਰ ਬਦਮਾਸ਼ ਬਣਦਾ, ਫਿਰ ਉਹ ਥੋੜ੍ਹਾ ਜਿਹਾ ਉਹਦਾ ਆਪਰੇਸ਼ਨ ਦਾ ਏਰੀਆ ਵੱਧਦਾ, ਫਿਰ ਜਦੋਂ ਉਹਦੇ ਨਾਲ ਗੈਂਗਸਟਰ ਦਾ ਟੈਗ ਲੱਗ ਜਾਂਦਾ ਉਹਨੂੰ ਲੱਗਦਾ ਵੀ ਮੈਂ ਥੋੜ੍ਹਾ ਵੱਡਾ ਹੋ ਗਿਆ। ਫਿਰ ਜੇ ਅੱਤਵਾਦੀ ਦਾ ਕੋਈ ਟੈਗ ਲਾ ਦੇ ਏਜੰਸੀਆਂ, ਸਖਤੀ ਤਾਂ ਬਹੁਤ ਹੁੰਦੀ ਹੈ, ਲੇਕਿਨ ਉਹ ਫਿਰ ਕਹਿੰਦੇ ਵੀ ਨਾ ਵੀ ਹੈਵ ਕਮ ਆਫ ਏਜ। ਅਪਰਾਧੀ ਅਲੱਗ ਸੋਚਣ ਦਾ ਨਜ਼ਰੀਆ ਅਪਰਾਧੀਆਂ ਦਾ, ਇਹਨਾਂ ਦੀ ਕੋਈ ਡਿਫਰੈਂਟ ਕਿਸਮ ਦੀ ਜ਼ਿੰਦਗੀ ਹੈ, ਡਿਫਰੈਂਟ ਸੋਚ ਹੈ, ਡਿਫਰੈਂਟ ਪੈਰਾਮੀਟਰਸ ਨੇ। ਸੋ ਉਸ ਹਿਸਾਬ ਨਾਲ ਤਾਂ ਇਹਨਾਂ ਦੀ ਤਰੱਕੀਆਂ ਹੋਈਆਂ ਨੇ ਜੇ ਇਹਨਾਂ ਨੂੰ ਇਸ ਤਰੀਕੇ ਦੇ ਵਾਅਦੀਆਂ ਮਿਲੀਆਂ ਨੇ NIA ਵੱਲੋਂ। ਬਟ ਲੈਟਸ ਸੀ ਕਿ ਹੁਣ ਇਹਨਾਂ ਨੂੰ ਇਤਰਾਜ਼ ਉੱਠ ਰਹੇ ਨੇ ਕਿ ਮੇਬੀ ਹੀ ਇਜ਼ ਟਰਾਈਂਗ ਇਮੇਜ ਸ਼ਿਫਟ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਆਪਣਾ ਇੱਕ ਸ਼ਾਇਦ ਮੇਕਓਵਰ ਸ਼ਾਇਦ ਹੁਣ ਕੀ पर्पस ਕੀ है था। अपने सबमिशन में लिखा है कि भाई मैं तो जीऊंगा मरूंगा भारत के लिए। वे खुद को जो है एक बहुत बड़े देशभक्त साबित करने की कोशिश हो रही है। ये भी कहा है कि भाई हमें भगत सिंह का टी-शर्ट नहीं पहनने दिया जा रहा है जेल में। तो ये मतलब भगत सिंह को भी शायद ऐसे जो है पकड़ने की कोशिश करने के वो बड़े देशभक्त आइकॉन हैं। तो यहाँ पे जो मेरा सवाल है कि एक तो मोनू मानेसर, दूसरा ऐसा गौरक्षक जो देशभक्त की तरह जिसको प्रेजेंट किया गया, अब खैर राजस्थान पुलिस की कस्टडी में है। इन दोनों का जो एक वीडियो निकला 38 सेकंड का क्लिप जिसमें दोनों बातें कर रहे हैं, तो एक किस्म का जो है देशभक्ति टाइप का जो है वो, या फिर उसका चोला पहन के अपने क्राइम को आगे बढ़ाना, तो आपको वो दिख रहा है, वो क्लियरली आपको लिंक दिख रहा है कि ये कोशिश हो रही है। देखो, एक क्रिमिनल लॉरेंस बिश्नोई क्रिमिनल है, आउट एंड आउट ही इज अ क्रिमिनल। लेकिन ਇਹਦੀ ਆਫ ਲੇਟ ਜਦ ਤੋਂ ਇਹਦੀ ਇੰਟਰਵਿਊ ਆਈ ਟੀਵੀ ਚੈਨਲ ਦੇ ਉੱਤੇ ਚੱਲੀ ਇੰਟਰਵਿਊ ਦੇ ਵਿੱਚ, ਇਹਨੇ ਆਪਣੇ ਆਪ ਨੂੰ ਤੇ ਉਹਦਾ ਜੋ ਰਿਸਪੌਂਸ ਇਸ ਨੂੰ ਮਿਲਿਆ ਹੋਏਗਾ, ਲੋਕਾਂ ਦਾ ਪਰਸੈਪਸ਼ਨ ਵੀ ਬਦਲਦੀ ਹੈ, ਨਜ਼ਰੀਆ ਥੋੜਾ ਜਿਹਾ ਬਦਲਦਾ ਹੈ। ਲੋਕਾਂ ਨੂੰ ਜਦੋਂ ਦਿਸਦਾ ਵੀ ਅੱਛਾ ਆਹ ਬੰਦਾ ਐਵੇਂ ਗੱਲ ਕਰ ਰਿਹਾ ਹੈ, ਐਂਡ ਆਫ ਕੋਰਸ ਲੁੱਕਸ ਅੱਛੀਆਂ ਨੇ, ਹੈ ਨਾ, ਦਿਖਣ 'ਚ ਵਧੀਆ ਸੋਹਣਾ ਸੁਨੱਖਾ ਮੁੰਡਾ ਹੈ ਜੋ ਯੂ ਨੋ ਗਲਤ ਕੰਮਾਂ 'ਚ ਪਿਆ ਹੋਇਆ ਹੈ ਨਾ, ਹੀ ਇਜ਼ ਅ ਵੇਵਰਡ ਦੈਟ ਵੇ।
ਲੇਕਿਨ ਪੁਆਇੰਟ ਇਹ ਖੜਾ ਹੋ ਰਿਹਾ ਕਿ ਇਹ ਲੋਕ ਕੀ ਛਤਰ ਛਾਇਆ ਦੇ ਵਿੱਚ ਆਉਣਾ ਚਾਹ ਰਹੇ ਨੇ। ਭਾਰਤ ਦੇ ਵਿੱਚ ਕਿਹੜੀਆਂ ਜਿਹੜੀਆਂ ਤਾਕਤਾਂ ਇਸ ਵਕਤ ਜਿਨ੍ਹਾਂ ਦੀ ਛਤਰ ਛਾਇਆ ਦੇ ਵਿੱਚ, ਕਿਉਂਕਿ ਹਰ ਗੈਂਗਸਟਰ ਜਿਹੜਾ ਆ ਰਿਹਾ ਹੈ ਉਹਦੀ ਕੋਸ਼ਿਸ਼ ਰਹੀ ਹੈ ਕਿ ਉਹ ਮੇਨ ਸਟ੍ਰੀਮ ਦੇ ਵਿੱਚ ਆਏ। ਵੱਡੇ ਵੱਡੇ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਬਣੇ, ਇਫ ਯੂ ਲੁੱਕ ਐਟ ਪੰਜਾਬ, ਪ੍ਰਭਜਿੰਦਰ ਸਿੰਘ, ਡਿੰਪੀ ਚੰਦਪਾਨ, ਹੀ ਵਾਸ ਦ ਵਨ ਹੂ ਪੰਜਾਬ ਦਾ ਮੈਨੂੰ ਲੱਗਦਾ ਪਹਿਲੇ ਇਹ ਜਿਹਾ ਜਿਹਨੂੰ ਗੈਂਗਸਟਰਾਂ ਦੇ ਨਾਲ ਆਪਾਂ ਜਿਵੇਂ ਲਿੰਕ ਕਰਦੇ ਨੇ। ਉਸ ਤੋਂ ਬਾਅਦ ਰੌਕੀ ਫਾਜ਼ਿਲਕਾ ਆਇਆ ਤੇ ਪ੍ਰੈਜ਼ੈਂਟ ਕੰਟੈਕਸਟ ਦੇ ਵਿੱਚ ਲੱਖਾ ਸਿਧਾਨਾ ਜੋ ਕਿ ਐਕਟਿਵ ਹੈ, ਪੋਲੀਟੀਕਲ ਇਲੈਕਸ਼ਨ ਲੜ ਚੁੱਕਿਆ ਹੈ। ਰੌਕੀ ਨੇ ਇਲੈਕਸ਼ਨ ਲੜਿਆ, ਡਿੰਪੀ ਨੇ ਇਲੈਕਸ਼ਨ ਲੜਨਾ ਚਾਹੁੰਦਾ ਸੀ, ਨਹੀਂ ਲੜ ਪਾਏ। ਸੋ ਸਾਰੇ ਦੇ ਸਾਰੇ ਗੈਂਗਸਟਰ ਨੂੰ ਪਤਾ ਵੀ ਅਸੀਂ ਜੇ ਪੋਲੀਟੀਕਲ ਫੀਲਡ 'ਚ ਆ ਜਾਵਾਂਗੇ ਬਚ ਜਾਣਗੇ। ਸੰਗਠਿਤ ਅਪਰਾਧ ਦਾ ਇੱਕ ਅਜਿਹਾ ਪੂਲ ਹੈ ਜਿਹਦੇ ਵਿੱਚ ਤੁਸੀਂ ਵੜ ਤਾਂ ਜਾਂਦੇ ਹੋ ਲੇਕਿਨ ਨਿਕਲ ਨਹੀਂ ਪਾਉਂਦੇ ਹੋ। ਸੋ ਉਹਦੇ 'ਚ ਇਹਨਾਂ ਨੂੰ ਪਤਾ ਹੁੰਦਾ ਵੀ ਅਗਲੀ ਜਿਹੜੀ ਸਟੇਜ ਆਉਂਦੀ ਹੈ, ਜਿਵੇਂ ਕਿ ਇਹਨਾਂ ਨੇ ਆਪਣੇ ਜਿਹੜੇ ਗੋਡਫਾਦਰ ਰਹੇ ਇਹਨਾਂ ਦੇ ਰੌਕੀ ਫਾਜ਼ਿਲਕਾ ਦਾ ਪ੍ਰੋਟੀਜ ਰਿਹਾ ਹੈ। ਲਾਰੈਂਸ ਬਿਸ਼ਨੋਈ ਕਾਫੀ ਸਮੇਂ ਰੌਕੀ ਫਾਜ਼ਿਲਕਾ ਦੇ ਉਹਨੇ ਅੰਡਰ ਕੰਮ ਕੀਤਾ ਹੈ। ਰੌਕੀ ਫਾਜ਼ਿਲਕਾ ਦੇ ਅੱਗੇ ਜਿਹੜੇ ਹੋਰ ਜਿਹੜੇ ਰੋਲ ਮਾਡਲ ਸੀਗੇ ਉਹ ਕੌਣ ਸੀਗੇ? ਉਹ ਯੂਪੀ ਦੇ, ਬਿਹਾਰ ਦੇ ਕਿਹੜੇ ਸਰਗਨਾ ਸੀਗੇ, ਠੀਕ ਹੈ ਨਾ, ਧਨੰਜੇ ਸਿੰਘ ਵਰਗੇ। ਆ ਜਿਹੜਾ ਵਿਕਾਸ ਸਿੰਘ ਪਿੱਛੇ NIA ਨੇ ਚੱਕਿਆ, ਠੀਕ ਹੈ ਨਾ, ਸੋ ਹੀ ਵਾਜ਼ ਆਲਸੋ ਲੋਅਰ ਲੈਵਲ ਦਾ ਪੋਲਿਟਿਕਸ। ਲੇਕਿਨ ਧਨੰਜੇ ਸਿੰਘ ਨਹੀਂ, ਉੱਤਰ ਪ੍ਰਦੇਸ਼ ਦਾ ਤਾਂ ਇੱਕ ਅਲੱਗ ਸਾਰਾ ਸਿਸਟਮ ਚੱਲਦਾ ਹੈ। ਅਤੀਕ ਅਹਿਮਦ ਤੋਂ ਲੈ ਕੇ ਮੁਖਤਾਰ ਅੰਸਾਰੀ ਤੋਂ ਲੈ ਕੇ ਧਨੰਜੇ ਸਿੰਘ ਤੋਂ ਲੈ ਕੇ ਇੱਕ ਜਿਹੜੇ ਤੁਹਾਡੇ ਹੋਰ ਹੈਗੇ ਨੇ ਰਾਜਾ ਭਈਆ, MLA MP ਵਿਧਾਇਕ, ਸਾਰੇ ਇਹ ਸਾਰੇ ਦੇ ਸਾਰੇ ਸਰਗਨਾ ਜਿਹੜੇ ਕਿ ਦਬੰਗ ਸੀ। ਕੁਝ ਦਬੰਗ ਸੀ ਤੇ ਕੁਝ ਕ੍ਰਿਮੀਨਲ ਵੀ ਸੀ, ਠੀਕ ਹੈ ਨਾ। ਕੁਝ ਨੇ ਦਬੰਗਈ ਤੋਂ ਲੈ ਕੇ ਪੋਲਿਟਿਕਸ ਦੇ ਵਿੱਚ ਆਏ, ਕੁਝ ਕ੍ਰਿਮੀਨਲ ਜਗਤ ਤੋਂ ਆਹਿਸਤਾ ਆਹਿਸਤਾ ਪੋਲਿਟਿਕਸ ਦੇ ਵਿੱਚ ਆ ਗਏ। ਲੇਕਿਨ ਇਹ ਸਾਰੇ ਲੋਕਾਂ ਲਈ ਰੋਲ ਮਾਡਲ ਨੇ। ਅੱਜ ਇਹ ਆਪਣੇ ਯੂਪੀ ਦੇ ਉਹਨਾਂ ਬੰਦਿਆਂ ਨੂੰ ਦੇਖਦੇ ਨੇ। ਪੰਜਾਬ ਦੇ ਹਰ ਗੈਂਗਸਟਰ ਦੀ ਕੋਸ਼ਿਸ਼ ਇਹ ਰਹੀ ਹੈ ਵੀ ਜਿਹੜਾ ਚਾਹੁੰਦਾ ਕਿ ਮੈਂ ਸਰਵਾਈਵ ਕਰਾਂ ਤੇ ਜ਼ਿੰਦਾ ਰਹਾਂ, ਉਹਨੂੰ ਪਤਾ ਹੈ ਕਿ ਜ਼ਿੰਦਾ ਰਹਿਣ ਲਈ ਕਿਤੇ ਨਾ ਕਿਤੇ ਫਿਰ ਮੇਨ ਸਟ੍ਰੀਮ ਦੇ ਵਿੱਚ ਆਓ ਤੇ ਪੋਲਿਟਿਕਸ ਦੇ ਵਿੱਚ ਜੇ ਕਿਤੇ ਐਂਟਰੀ ਮਿਲ ਜਾਏ, ਜੋ ਕਿ ਮਿਲ ਹੀ ਜਾਂਦੀ। ਆਪਾਂ ਇੱਕ ਵਾਰ ਆਪਣੇ ਮੈਂਬਰ ਪਾਰਲੀਮੈਂਟੇਰੀਅਨਸ ਦਾ ਪ੍ਰੋਫਾਈਲ ਚੱਕ ਕੇ ਦੇਖ ਲਈਏ, ਅਪਰਾਧਿਕ ਮੁਕੱਦਮੇ ਕਿੰਨੇ ਦਰਜ ਨੇ ਨਾ, ਪੂਰੀ ਦੀ ਪੂਰੀ ਇੱਕ ਚੰਗਾ ਖਾਸਾ ਡੇਟਾਬੇਸ ਹੈਗਾ, ਰਿਕਾਰਡ ਹੈ ਵੀ ਕਿੰਨੇ ਕ੍ਰਿਮੀਨਲ ਕੇਸਿਸ MPs ਦੇ ਉੱਤੇ ਰਜਿਸਟਰ ਹੁੰਦੇ ਨੇ ਜ਼ਿਆਦਾਤਰ, ਠੀਕ ਹੈ ਨਾ, ਤੇ ਬਹੁਤ ਸੇ ਹੈਗੇ ਨੇ ਤੇ ਉਹਦੇ ਕੋਈ ਪੈਮਾਨਾ ਨਹੀਂ। ਸੋ ਇਹਨਾਂ ਨੂੰ ਵੀ ਲੱਗਦਾ ਹੈ ਕਿ ਅਸੀਂ ਕਦੇ ਨਾ ਕਦੇ ਮੇਬੀ ਉਸ ਲਾਈਫ ਦੇ ਵਿੱਚ ਪਹੁੰਚ ਸਕੀਏ ਤੇ ਮੇਬੀ ਦੈਟ ਇਜ਼ ਦ ਰੀਜ਼ਨ ਵਾਈ ਤੁਸੀਂ ਚਾਹ ਰਹੇ ਹੋ ਕਿ ਨਹੀਂ ਮੈਨੂੰ ਦੇਸ਼ ਭਗਤੀ ਦੇ ਨਾਲ ਜੋੜ ਕੇ ਦੇਖਿਆ ਜਾਵੇ। ਦੇਸ਼ ਭਗਤ ਹੋਏਗਾ ਵੀ, ਉਹਦੇ 'ਚ ਕੋਈ ਵੱਖਰੀ ਗੱਲ ਨਹੀਂ ਕਿ ਬੰਦਾ ਦੇਸ਼ ਭਗਤ ਵੀ ਹੋ ਸਕਦਾ ਹੈ ਤੇ ਉਹ ਜਦੋਂ ਚਾਹੇ ਤੇ ਅਪਰਾਧ ਕਰੇ, ਫਿਰੌਤੀਆਂ ਵਸੂਲੇ, ਪੁੱਠੇ ਸਿੱਧੇ ਕੰਮ ਕਰੇ ਤੇ ਜਦੋਂ ਉਹਨੂੰ ਲੱਗੇ ਕਿ ਮੇਰੇ 'ਚ ਦੇਸ਼ ਭਗਤੀ ਵੀ, ਇੱਕ ਭਗਤ ਸਿੰਘ ਨੂੰ ਪੜ੍ਹਦਾ ਵੀ ਹੈ ਤੇ ਮੈਂ ਉਹ ਇੱਕ कॉन्ट्रडिक्शन है, ठीक है ना। नहीं मतलब भगत सिंह एक मार्क्सिस्ट रेवोल्यूशनरी, उनका फोटो आप लेंगे कि आप गोली मारेंगे? भगत सिंह ਨੂੰ ਤਾਂ ਕਾਫੀ ਲੰਬੇ ਸਮੇਂ ਤੱਕ ਟੈਰਰਿਸਟ ਹੀ ਕਿਹਾ ਜਾਂਦਾ ਰਿਹਾ, ਅੱਤਵਾਦੀ ਕਿਹਾ ਨਾ ਗਿਆ ਨਾ। ਭਗਤ ਸਿੰਘ ਨੂੰ ਵੀ ਤਾਂ ਪਰਿਭਾਸ਼ਿਤ ਅੱਤਵਾਦੀ ਕਹਿ ਕੇ ਕੀਤਾ ਗਿਆ ਜਦੋਂ ਉਸ ਵਕਤ ਦਾ ਨਿਜ਼ਾਮ ਹਕੂਮਤ ਸੀ। ਸੋ ਇਹ ਲੋਕ ਵੀ ਲੱਗਦਾ ਵੀ ਅਸੀਂ ਕੁਛ ਦੀ ਨਜ਼ਰਾਂ 'ਚ ਅੱਤਵਾਦੀ ਹਾਂ ਤੇ ਕੁਛ ਥਾਂ ਦੇ ਉੱਤੇ ਅਸੀਂ ਵੀ ਆਰ रेवोल्यूशनरीज। भगत सिंह के केस में हालांकि वो टर्म उन्होंने खुद इस्तेमाल किया था कि आई एम अ रेवोल्यूशनरी टेररिस्ट, बिकॉज लियोन ट्रॉट्स्की ने एक पर्चा लिखा था रेवोल्यूशनरी टेररिज्म पे। खैर उसमें मैं जाना नहीं चाहता, वो एक हिस्टोरिकल कॉन्वर्सेशन हो जाएगा। मैं अब ये जानना चाह रहा था कि अब जैसे देखिए लॉरेंस बिश्नोई को कुछ इन्फ्लुएंसर्स ने भी बड़ा प्रमोट किया हुआ है, नहीं मतलब कंटेंट ने। सॉरी टू इंटरप्ट, होएगा ਤਾਂ ਹਿਸਟੋਰਿਕ ਡਿਸਕਸ਼ਨ ਬਟ ਬੜਾ ਰੈਲੇਵੈਂਟ ਹੈ ਕਿਉਂਕਿ ਅੱਜ ਭਗਤ ਸਿੰਘ ਦੇ ਨਾਲ ਜਿਵੇਂ ਲੋਕ ਆਪਣੇ ਆਪ ਨੂੰ ਐਸੋਸੀਏਟ ਕਰ ਰਹੇ ਨੇ, ਸਮਝਣਾ ਪੈਣਾ ਹੈ ਵੀ ਹਾਊ ਦੇ ਰਿਲੇਟ, ਕਿੱਥੇ ਜਾ ਕੇ ਉਹ ਜਿਹੜੀ ਕਨਵਰਜੈਂसेस ਹੁੰਦੇ ਨੇ। एनीवेज ਤੁਸੀਂ ਗੱਲ ਕਰ ਸਕਦੇ। नहीं, जो लोग भगत सिंह के बारे में जानना चाहते हैं, फिलोसफी ऑफ द बॉम्ब जरूर पढ़ना चाहिए, जो पर्चा लिखा था भगवती शरण वोरा के साथ, और व्हाई आई एम एन एथीस्ट, ये दो बहुत ही इंपॉर्टेंट पर्चे हैं। तो मैं लॉरेंस बिश्नोई का जैसे मैं कह रहा था कि कुछ इन्फ्लुएंसर्स ने भी इनको प्रमोट किया हुआ है, या फिर जो है एक काउंटर खालिस्तानी या खालिस्तानियों के पीछे जाने वाला एक गैंगस्टर जो है, एक किस्म का जो है एक पॉजिटिव इनका जो है एक इमेज बनाने की कोशिश भी हुई है पिछले कुछ दिनों में। लेकिन अब जाके देख पा रहे हैं कि मोनू मानेसर जो 7 सालों तक एक गौरक्षक के तौर पे हरियाणा स्टेट एडमिनिस्ट्रेशन के लोगों के साथ जो फोटोज़ में दिखे हैं, बीजेपी के नेताओं के साथ, हरियाणा पुलिस के लोगों के साथ, अब एकदम से जो है पकड़े गए हैं क्योंकि भिवानी कांड में नाम आया। मुख्यमंत्री जो मनोहर लाल खट्टर ने तो एक ऑलमोस्ट डेयर दे दिया था राजस्थान गवर्नमेंट को, भाई हमें मालूम नहीं मोनू मानेसर कहाँ है, अगर आपको चाहिए तो आप आके ढूंढ के लेके जाइए। उसके बाद खुद हरियाणा पुलिस ने इनको अरेस्ट किया और फिर इनके हवाले कर दिया राजस्थान पुलिस के। तो क्या आपको लग रहा है कि ऐसे जो गैंगस्टर्स हैं इनका एक लिमिटेड एक यूटिलिटी होता है, उसके बाद फिर कोई भी जो पार्टी हो या फिर कोई एक जो शक्ति हो इनका इस्तेमाल करके तो फिर इनको यूज एंड थ्रो एक किस्म का हो जाता है? बिल्कुल, ये फैक्ट है, ये सही गल है। आई थिंक दिस इज अ करेक्ट ऑब्जर्वेशन कि ये कुछ समय तक ही इन्हों वरत्या जाता है
ਤੇ ਜਦ ਤੱਕ ਇਹਨਾਂ ਦੀ ਯੂਟਿਲਿਟੀ ਹੈ, ਤੁਸੀਂ ਕਿਹਾ ਵੀ ਇਹਨੂੰ ਇਹਦੀ ਇੱਕ ਇਮੇਜ, ਇਹਨੂੰ ਹੀਰੋ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼, ਇਨਫਲੂਐਂਸਰ ਆਪਾਂ ਪਹਿਲਾਂ ਵੀ ਡਿਬੇਟ ਕਰ ਚੁੱਕੇ ਕਿ ਲਾਰੈਂਸ ਦੇ ਉੱਤੇ ਕਾਫੀ ਖਾਲਿਸਤਾਨ ਦੇ ਖਿਲਾਫ ਵੀ, ਲਾਰੈਂਸ ਬਿਸ਼ਨੋਈ ਤੋਂ ਖਾਲਿਸਤਾਨ ਦੇ ਡਰਦੇ ਨੇ, ਇਸ ਤਰੀਕੇ ਦੀ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ। ਸੋ ਉਹ ਇੱਕ ਆਪਣੇ ਨੈਰੇਟਿਵ ਨੂੰ ਸ਼ੂਟ ਕਰਨ ਲਈ ਵਰਤਿਆ ਜਾਂਦਾ ਹੈ। ਜਿਹੜੇ ਐਗਰੈਸਿਵ ਲੋਕ ਨੇ, ਜੋ ਕਿ ਦਬੰਗ ਨੇ, ਬਦਮਾਸ਼ੀ ਦੇ ਵਿੱਚ ਨੇ, ਜਿਨ੍ਹਾਂ ਤੋਂ ਖੌਫ ਜਾਂ ਜਿਨ੍ਹਾਂ ਤੋਂ ਡਰ ਲੱਗਦਾ ਹੈ, ਉਸ ਤਰੀਕੇ ਦੇ ਲੋਕਾਂ ਨੂੰ ਅੱਗੇ ਲਿਆ ਕੇ ਤੁਸੀਂ ਦੂਸਰੇ ਆਪਣੇ ਨੈਰੇਟਿਵ ਨੂੰ ਸੂਟ ਕਰ ਰਹੇ ਹੋ। ਉਹ ਲੋਕਾਂ ਦੀ ਇੱਕ ਮਕਸਦ, ਐਂਡ ਹੋ ਸਕਦਾ ਸਟੇਟ ਦਾ ਵੀ ਇਹਦੇ 'ਚ ਮਕਸਦ ਹੋਵੇ। ਉਹ ਜਿਹੜੇ ਲੋਕ ਇਸ ਤਰੀਕੇ ਦੇ ਨੈਰੇਟਿਵ ਨੂੰ ਹਵਾ ਦੇ ਰਹੇ ਨੇ, ਉਹਨਾਂ ਦਾ ਕੋਈ ਨਾ ਕੋਈ ਮਕਸਦ ਹੋਏਗਾ। ਲੇਕਿਨ ਆਫਟਰ ਸਰਟਨ ਵਾਈਲ ਜਦੋਂ ਯੂਟਿਲਿਟੀ, ਜਦੋਂ ਫਿਰ ਲਾਇਬਿਲਿਟੀ ਬਣ ਜਾਂਦੀ ਹੈ, ਜਦ ਤੱਕ ਤਾਂ ਇਹ ਯੂਟਿਲਿਟੀ ਹੈਗੇ ਨੇ ਤਦ ਤੱਕ ਤਾਂ ਇਹਨਾਂ ਨੂੰ ਵਰਤਿਆ ਜਾਣਾ, ਲੇਕਿਨ ਜਦੋਂ ਇਹਨਾਂ ਨੇ ਲਾਇਬਿਲਿਟੀ ਬਣ ਜਾਣਾ, ਉਸ ਵਕਤ ਇਹਨਾਂ ਦਾ ਕੀ ਕੀਤਾ ਜਾਣਾ। ਤੇ ਉਸ ਵਕਤ ਤੱਕ ਜੇ ਇਹ ਉਹ ਲਕਸ਼ਮਣ ਰੇਖਾ ਕ੍ਰਾਸ ਕਰਕੇ ਪੋਲਿਟਿਕਸ ਦੇ ਵਿੱਚ ਚਲੇ ਨਹੀਂ, ਪਹੁੰਚ ਨਹੀਂ ਗਏ, ਕਿਉਂਕਿ ਇਹਨਾਂ ਕੋਲ ਬਚਾਅ ਦਾ, ਜਿੰਨਾ ਮੈਂ ਸਮਝ ਪਾਇਆ, ਐਂਡ ਯੂ ਕੈਨ ਕਰੈਕਟ ਮੀ, ਮਤਲਬ ਮੈਨੂੰ ਲੱਗਦਾ ਕਿ ਸਭ ਦੀ ਜਿਹੜੀ ਇੱਕ ਫੈਸੀਨੇਸ਼ਨ ਹੈ, ਕਿਸੇ ਨਾ ਕਿਸੇ ਸਟੇਜ ਦੇ ਉੱਤੇ ਰਾਜਨੀਤੀ ਦੇ ਵਿੱਚ ਆਉਣਾ ਚਾਹਣਗੇ, ਕਿਉਂਕਿ ਇਹਨਾਂ ਦੇ ਆਪਣੇ ਸਰਵਾਈਵਲ ਲਈ ਬੜਾ ਜ਼ਰੂਰੀ ਹੋਏਗਾ। ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਇੱਕ ਲੰਮਾ ਸਮਾਂ ਤੁਸੀਂ ਨਹੀਂ ਕੰਟੀਨਿਊ ਕਰ ਸਕਦੇ। ਤੁਹਾਨੂੰ ਜਾਂ ਤਾਂ ਵਿਰੋਧੀ ਗੈਂਗਸ ਟਾਰਗੇਟ ਕਰ ਲੈਣਗੇ, ਤੁਹਾਨੂੰ ਸਟੇਟ ਟਾਰਗੇਟ ਕਰ ਲੇਗੀ ਜੇ ਤੁਸੀਂ ਸਟੇਟ ਦੇ ਹੱਥ ਠੋਕੇ ਬਣ ਕੇ ਨਹੀਂ ਕੰਮ ਕੀਤਾ। ਸੋ ਯੂ ਵਿਲ ਹੈਵ ਯੋਰ ਲਿਮਿਟੇਸ਼ਨਸ। ਤੇ ਕਹਿੰਦੇ ਵੀ ਇੱਕ ਉਮਰ ਹੁੰਦੀ ਹੈ, ਇੱਕ ਉਮਰ ਤੋਂ ਬਾਅਦ ਫਿਰ ਤੁਸੀਂ ਥਕਾਨ ਆਏਗੀ, ਫਟੀਗ ਆਏਗਾ। ਸਟੇਟ ਦੀ ਤਾਂ ਕੋਈ ਉਮਰ ਨਹੀਂ, ਪੁਲਿਸ ਨੇ ਤਾਂ, ਏਜੰਸੀਆਂ ਨੇ ਤਾਂ ਤੁਹਾਡੇ ਮਗਰ ਲੱਗੇ ਰਹਿਣਾ। ਸੋ ਜੇ ਤਾਂ ਤੁਸੀਂ ਯੂਟਿਲਿਟੀ ਟੂਲ ਬਣ ਕੇ ਕੰਮ ਕਰਦੇ ਹੋ, ਤੇ ਯੂਟਿਲਿਟੀ ਟੂਲ ਤੁਸੀਂ ਹਮੇਸ਼ਾ ਨਹੀਂ ਨਾ, ਕਈ ਦਹਾਕਿਆਂ ਤੱਕ ਯੂਟਿਲਿਟੀ ਟੂਲ ਬਣ ਕੇ ਰਹਿ ਸਕਦੇ। ਤੁਹਾਨੂੰ ਸਮੇਂ-ਸਮੇਂ ਤੇ ਵਰਤਣ ਵਾਲੇ ਤੁਹਾਡੇ ਕਿਸੇ ਨਾ ਕਿਸੇ ਦੇ ਨਾਲ ਤੁਸੀਂ ਲਿੰਕ ਰਹੋਗੇ। ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਆਪਣੇ ਸਿਆਸੀ ਜਿਹੜੇ ਕਹਿੰਦੇ ਨਾ ਵੀ ਮਾਈ ਬਾਪ ਬਦਲਨੇ ਪੈਣਗੇ, ਤਾਂ ਤੁਸੀਂ ਤਾਂ ਸਰਵਾਈਵਲ ਲੈ ਪਾਓਗੇ। ਐਂਡ ਆਫਟਰ ਵਾਈਲ ਤੁਸੀਂ ਮਹਿਸੂਸ ਕਰਦੇ ਹੋ, ਅੱਜ ਲੱਖਾ ਸਿਧਾਣਾ ਪੰਜਾਬ ਦੇ ਵਿੱਚ ਇਲੈਕਸ਼ਨ ਲੜਦਾ ਪਿਆ, ਉਸ ਤੋਂ ਪਹਿਲਾਂ ਰੌਕੀ ਨੇ ਕੋਸ਼ਿਸ਼ ਕਰ ਲਈਆਂ, ਹੋਰਾਂ ਨੇ ਵੀ ਕੋਸ਼ਿਸ਼ ਕੀਤੀਆਂ। ਦੈਟ ਵਾਸ ਪ੍ਰਾਇਮਰੀਲੀ ਕਿ ਜੇ ਅਸੀਂ ਸੁਧਰ ਸਕਦੇ ਹਾਂ ਟੂ ਦ ਐਕਸਟੈਂਟ ਕਿ ਅਸੀਂ ਮੇਨ ਸਟ੍ਰੀਮ 'ਚ ਕਿਸੇ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਵੜ ਜਾਵਾਂਗੇ, ਤਾਂ ਸਾਨੂੰ ਇੱਕ ਪ੍ਰੋਟੈਕਸ਼ਨ ਮਿਲ ਜਾਏਗੀ। ਸੋ ਇਟ ਇਜ਼ ਆਲ ਅਬਾਊਟ ਪੋਲੀਟੀਕਲ ਇੰਪਿਊਨਿਟੀ which they enjoy. Maybe these are the reasons ਕਿਤੇ ਨਾ ਕਿਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋ ਸਕਦੀਆਂ ਨੇ ਕਿ ਅਸੀਂ ਆਪਣੀ ਇਮੇਜ ਨੂੰ ਮੇਕਓਵਰ ਕਰੀਏ। and these are the things which explain what is happening. हाँ, जैसे आपने भी पहले भी जब हमने इस बारे में बात की थी, आपने भी कहा था कि इस बंदे के खिलाफ बड़े सीरियस एलिगेशंस है। जो NIA ने जो चार्जशीट दर्ज किया है, उस पर भी बब्बर खालसा इंटरनेशनल को फंड किया है। इस टाइम के जो है इनके एलिगेशंस लॉरेंस बिश्नोई के खिलाफ लगाए गए हैं, और कोर्ट में भी जो है NIA ने बोला भी है। तो ऐसे एक माहौल में चलिए लॉरेंस बिश्नोई तो फिर भी एक कॉन्ट्राडिक्शन सी ਆਪਾਂ ਜਦੋਂ ਜ਼ਿਕਰ ਕੀਤਾ ਸੀ, ਲੈਟਸ ਰੀਕਾਲ ਇਟ ਬੈਕ, ਹੋ ਕੀ ਰਿਹਾ ਸੀ, ਹੋ ਹੀ ਰਿਹਾ ਸੀ ਵੀ ਕੁਝ ਇਨਫਲੂਐਂਸਰ ਆ ਜਿਹੜੇ ਗੌਰਵ ਆਰਿਆ ਵਰਗੇ ਸੀਗੇ, ਇਹ ਕਾਫੀ ਰੌਲਾ ਪਾ ਰਹੇ ਸੀਗੇ ਵੀ ਲੌਰੈਂਸ ਬਿਸ਼ਨੋਈ ਤਾਂ ਇਹਨਾਂ ਨੂੰ ਇੱਕ ਤਰੀਕੇ ਦਾ ਇੱਕ ਸੇਵੀਅਰ ਦਿਸਦਾ ਸੀਗਾ ਵੀ ਖਾਲਿਸਤਾਨੀ ਨੂੰ ਕਰ ਦਾਂਗੇ। NIA ਨੇ ਸਾਈਮਲਟੇਨੀਅਸਲੀ ਇੱਕ ਚਾਰਜਸ਼ੀਟ ਫਾਈਲ ਕਰਤੀ। ਚਾਰਜਸ਼ੀਟ ਦਾ ਮਤਲਬ ਹੈ ਕਿ ਉਹਨਾਂ ਨੇ ਦੱਸਤਾ ਕਿ ਲੌਰੈਂਸ ਬਿਸ਼ਨੋਈ ਤੇ ਉਹਦੇ ਪੂਰਾ ਦਾ ਪੂਰਾ ਜਿਹੜਾ ਬੈਂਡ ਸੀ, ਕਿਵੇਂ ਖਾਲਿਸਤਾਨੀ ਜਾਂ ਕਿ ਐਂਟੀ ਇੰਡੀਆ ਜਿਹੜੇ ਵਾਇਲੈਂਟ ਖਾਲਿਸਤਾਨ ਮੂਵਮੈਂਟ ਦੇ ਜਿਹੜੇ ਹੈਗੇ ਨੇ ਸਰਗਨਾ, ਉਹਨਾਂ ਦੇ ਨਾਲ ਲਿੰਕਡ ਹੈਗੇ ਨੇ। ਸੋ ਉਹਨਾਂ ਨੇ ਆਪਣੀ ਥਿਉਰੀ ਜੋੜਤੀ, ਸਹੀ ਜੋੜੀ, ਗਲਤ ਜੋੜੀ, ਗੋਡ ਨੋਜ਼, ਲੇਕਿਨ ਉਹਨਾਂ ਨੇ ਚਾਰਜਸ਼ੀਟ ਦੇ ਵਿੱਚ ਇਹਨਾਂ ਨੂੰ ਬ੍ਰਾਂਡ ਕਰਤਾ। ਸੋ ਵਿਚ ਇਜ਼ ਅ ਬਿਗ ਸੈਟਬੈਕ ਫॉर them। ਹੁਣ ਇਹ ਸਾਰੇ ਦੇ ਸਾਰੇ, ਕੋਈ ਹਰਿਆਣੇ ਦਾ, ਕੋਈ ਰਾਜਸਥਾਨ ਦੇ, ਹਾਲਾਂਕਿ ਹੀ ਇਜ਼ ਫਰੋਮ ਪੰਜਾਬ ਲੌਰੈਂਸ ਬਿਸ਼ਨੋਈ, ਲੇਕਿਨ ਇਹਨਾਂ ਦਾ ਸਾਰਾ ਸੰਪਤ ਨਹਿਰੇ ਗੈਂਗ ਤਾਂ ਸਾਰੇ ਹਰਿਆਣਾ ਵਾਲੇ ਪਾਸੇ ਦੇ ਜਾਂ ਦਿੱਲੀ ਦਾ ਆਊਟਰ ਜਿਹੜਾ ਦਿੱਲੀ ਦਾ ਏਰੀਆ, ਉੱਥੇ ਇਹਨਾਂ ਦੀ ਲੜਾਈਆਂ ਰਹੀਆਂ। ਰਾਜਸਥਾਨ ਤੋਂ ਇਹਨਾਂ ਦਾ ਪੂਰਾ ਬੇਸ ਉੱਭਰਦਾ। ਹੁਣ ਉਹ ਅਜਿਹੀਆਂ ਬੈਲਟਾਂ ਨੇ ਹੂ ਹੈਵ ਬੀਨ ਡੌਗਡਲੀ ਨੈਸ਼ਨਲਿਸਟਿਕ, ਉਹ ਬੈਲਟ ਹੀ ਨੈਸ਼ਨਲਿਸਟਿਕ ਹੈ, ਉਹਦੇ 'ਚ ਤੁਸੀਂ ਸੋਚ ਹੀ ਨਹੀਂ ਸਕਦੇ ਖਾਲਿਸਤਾਨ ਦੇ ਨੈਰੇਟਿਵ ਦੀ ਗੱਲਬਾਤ। ਲੇਕਿਨ NIA ਨੇ ਸਾਰੇ ਇਕੱਠੇ ਕਰਤੇ, ਉਹਨਾਂ ਨੇ ਫਾਈਲ 'ਚ ਸਭ ਦਾ ਕਹਿੰਦੇ ਨਾ ਮੱਕੂ ਬੰਨਤਾ ਜਿਹਨੂੰ ਕਹਿੰਦੇ ਆ। ਸੋ ਉਹ ਜਿਹੜੀ ਗੱਲਬਾਤ ਸੀ, NIA ਨੇ ਜਦੋਂ ਇਹਨਾਂ ਨੂੰ ਬ੍ਰਾਂਡ ਕਰਤਾ ਐਜ਼ ਏ ਖਾਲਿਸਤਾਨੀ, ਐਜ਼ ਏ ਟੈਰਰਿਸਟ ਬ੍ਰਾਂਡ ਕਰਤਾ, ਸਭ ਨੂੰ ਕਰਤਾ ਅਕ੍ਰੋਸ ਦਾ ਬੋਰਡ, ਕੋਈ ਛੱਡਿਆ ਹੀ ਨਹੀਂ ਉਹਨਾਂ ਨੇ, ਕੋਈ ਮਤਲਬ ਗੈਂਗਸਟਰ ਬਚਿਆ ਹੀ ਨਹੀਂ ਜਿਨ੍ਹਾਂ ਨੂੰ ਉਹਨਾਂ ਨੇ ਅੱਤਵਾਦੀ ਨਾ ਕਰਾਰ ਦਿੱਤਾ, ਤੇ ਇਹਨਾਂ ਨੂੰ ਸਾਰੇ ਜਥੇਬੰਦੀਆਂ। ਸੋ ਉਸ ਤੋਂ ਬਾਅਦ ਪੋਸੀਬਲੀ ਇਹਨਾਂ ਨੂੰ ਲੱਗਿਆ ਵੀ UAP ਦੇ ਪਰਚੇ ਹੋ ਗਏ, ਹੁਣ ਤਾਂ UAP ਦੇ ਅੰਡਰ ਸਾਰੇ ਦੇ ਸਾਰੇ ਆ ਗਏ ਨੇ, ਇੱਧਰ ਖੱਬੇ ਸੱਜੋਂ ਕਰਕੇ। ਹੁਣ ਕਿੰਨਾ ਕੁ ਗਲਤ ਐਕਸ਼ਨ ਹੈ, ਕਿੰਨਾ ਕੁ ਸਹੀ ਹੈ ਤਾਂ ਨਹੀਂ ਪਤਾ, ਲੇਕਿਨ NIA ਨੇ ਪੂਰਾ ਪਲਾਨ ਕਰਕੇ ਕੰਮ ਕੀਤਾ। ਉਹਨਾਂ ਨੇ ਦੇਖਿਆ ਵੀ ਗੈਂਗਸਟਰਾਂ ਦੀਆਂ, ਖਾਸ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਇਹ ਗੱਲ ਨਹੀਂ ਸੀਗੀ, ਪਹਿਲਾਂ ਇਹਨਾਂ ਦੇ ਖਿਲਾਫ ਆਪਣੇ ਅਪਰਾਧਿਕ ਮੁਕੱਦਮੇ ਚੱਲਦੇ ਸੀ। ਜਦੋਂ ਸਿੱਧੂ ਮੂਸੇਵਾਲਾ ਮਾਰਿਆ ਜਾਂਦਾ, ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਤੁਰਦੀ ਹੈ, ਫਿਰ ਦਿਸਿਆ ਵੀ ਆ ਤਾਂ ਇੱਧਰ ਸਾਰੇ ਤੁਰਦੇ ਪਏ ਨੇ ਆਪਸ ਦੇ ਵਿੱਚ, ਤਾਂ ਪਿੱਛੋਂ ਇਕੱਠੇ ਜੁੜੇ ਹੋਏ ਨੇ। ਲਖਬੀਰ ਸਿੰਘ ਲੰਡਾ, ਹਰੀਕੇ, ਗੋਲਡੀ ਬਰਾੜ, ਇਹ ਸਾਰੇ ਦੇ ਸਾਰੇ ਇਕੱਠੇ ਜੁੜੇ ਹੋਏ ਸੀ। ਸੋ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਕੱਠੇ ਸਾਰਿਆਂ ਨੂੰ ਹੁਣ ਆਪਣੇ ਕੇਸ ਬਣਾਓ। ਉਹਨਾਂ ਨੇ 3 FIR ਦਰਜ ਕੀਤੀਆਂ NIA ਨੇ, ਤੇ ਉਹਨਾਂ ਦੀ ਇੱਕ ਇਹਨਾਂ ਦੀ ਲੀਗ ਦੇ ਪੂਰੇ ਗੈਂਗਸਟਰ ਸੀ। ਸੋ ਫਾਈਨਲੀ ਉਹਨਾਂ ਨੇ ਜਦੋਂ ਚਾਰਜਸ਼ੀਟ ਫਾਈਲ ਕੀਤੀ ਕੁਝ ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ, ਉਹਦੇ ਵਿੱਚ ਸਭ ਨੂੰ ਉਹਨਾਂ ਨੇ ਕਹਿਤਾ ਕਿ ਇਹ ਤਾਂ ਸਾਰੇ ਦੇ ਸਾਰੇ ਟੈਰਰਿਸਟ ਐਲੀਮੈਂਟ ਹੈਗੇ ਨੇ। ਤਾਂ ਤੋਂ ਜਨਾਬ ਦੇ ਨਾਲ ਹੁਣ ਅੱਤਵਾਦੀ ਦਾ ਜਿਹੜਾ ਟੈਗ ਲੱਗਿਆ, ਇਹਨਾਂ ਨੂੰ ਸ਼ਾਇਦ ਹੁਣ ਪ੍ਰੋਬਲਮ ਹੋਏਗੀ। ਕਿਸੇ ਨੂੰ ਵੀ ਲੱਗਦਾ ਵੀ ਹੁਣ ਇਤਰਾਜ਼ ਤਾਂ ਹੁੰਦਾ ਹੀ ਹੈ ਫਿਰ।
नहीं, अब जैसे मोनू मानेसर का आप देखिए कि मोनू मानेसर के जो अब जैसे जब सीरियस एलिगेशंस थे तब भी नेताओं के साथ जाके फोटो खिंचवा रहे थे, जो एक आपने देखा होगा इस हमारे इस रील में अनुराग ठाकुर के साथ एक पिक्चर है। ऐसे ही जो है हरियाणा पुलिस के बहुत सीनियर ऑफिसर्स के साथ हैं। जब भी ये दूसरी फोटो आई रिसेंटली जिसमें वो पैरों में बैठे हुए हैं, इससे जो है बहुत लोगों को बड़ा एतराज़ हुआ कि भाई हमारे तो इतने बड़े हिंदू हीरो थे, इनको आपने जो है ज़मीन पे जो है आपके पैर के नीचे बिठा दिया है। विश्व हिंदू परिषद, बजरंग दल वगैरह ने सबने प्रोटेस्ट किया। जो ये वीडियो निकला, हालांकि तस्वीर राजस्थान की होगी पक्का, राजस्थान नहीं, हरियाणा पुलिस ने पकड़ा हुआ है। अच्छा, हरियाणा हैंड ओवर करने से पहले। तो इसीलिए एक किस्म का जो एक बिट्रेयल होता है नहीं कि भाई आपके बड़े सीनियर वो हीरो बना के बैठे ने है ना, पैरा से बिठाता। हाँ, तो जो इनके सपोर्टर्स है वो सोशल मीडिया पे मैंने देखा, बड़ी इंटरेस्टिंग बातें हो रही है, स्टेटमेंट्स भी दिए जा रहे हैं क्योंकि ये बजरंग दल के मानेसर यूनिट के चीफ थे। तो इसीलिए, और एलिगेशंस बड़े सीरियस थे और इसे स्टेट ने जिस तरह से इसको सैंक्शन दिया कि पहले क्रिमिनल जो है थे या फिर केसेस थे, लेकिन फिर जब गौरक्षा यूनिट बनाया गया मनोहर लाल खट्टर की सरकार ने, तो फिर मोनू मानेसर जैसे लोगों को बाकायदा अपॉइंटमेंट दिया गया नहीं। तो एक स्टेट के ही वो एक अनऑफिशियल मैंबर बन गए। ਤੁਸੀਂ ਦੇਖੋ ਨਾ ਕਿੱਡੀ ਵੱਡੀ ਇਹ ਮੋਨੂ ਮਾਨੇਸਰ ਵਰਗੇ ਪੈਦਾ ਕਿਉਂ ਹੋਏ। ਚਲੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਲੱਗ ਸੀ, ਲੇਕਿਨ ਉਹ ਜੇ ਕ੍ਰਿਮੀਨਲ ਸਰਕਾਰ ਨੂੰ ਕਿਉਂ ਚਾਹੀਦੇ ਨੇ? ਗੌ ਰੱਖਿਆ ਯੂਨਿਟ ਦੀ ਲੋੜ ਕਿਉਂ ਸੀ ਹਰਿਆਣਾ ਦੇ ਵਿੱਚ? ਬੜਾ ਵੱਡਾ ਕੁਐਸਚਨ ਹੈ ਕਿ ਤੁਹਾਡੀ ਪੁਲਿਸ ਇਸ ਕਾਬਿਲ ਨਹੀਂ ਸੀ। ਮਤਲਬ ਇਹ ਸਵਾਲ ਤਾਂ ਸਟੇਟ ਤੋਂ ਹੋਣਾ ਚਾਹੀਦਾ ਹੈ ਕਿ ਜੇ ਗੌ ਰੱਖਿਆ ਦੇ ਨਾਂ ਦੇ ਉੱਤੇ ਤੁਸੀਂ ਗੌ ਰੱਖਿਆ ਦਾ ਕੀ ਮਤਲਬ? ਮਤਲਬ ਮੈਨੂੰ ਸਮਝ ਨਹੀਂ ਆਇਆ ਵੀ ਗੌ ਰੱਖਿਆ ਲਈ ਤਾਂ ਜੇ ਜਾਨਵਰਾਂ ਦੇ ਨਾਲ, ਗਾਂ ਦੇ ਨਾਲ ਜੇ ਗਲਤ ਵਤੀਰਾ ਹੋ ਰਿਹਾ ਹੈ ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਮਾਰਿਆ ਕੱਟਿਆ ਜਾ ਰਿਹਾ ਹੈ, ਤਸਕਰੀ ਉਹਨਾਂ ਦੀ ਹੋ ਰਹੀ ਹੈ, ਜੋ ਕਿ ਬੇਸਿਕਲੀ ਇਸ ਗੌ ਰੱਖਿਆ ਦਾ ਜਿਹੜਾ ਪੂਰਾ ਦਾ ਪੂਰਾ ਐਕਟਿਵਿਜ਼ਮ ਹੈ ਜਿਹਨੂੰ ਕਾਓ ਵਿਜੀਲੈਂਟਿਜ਼ਮ ਕਿਹਾ ਜਾਂਦਾ, ਉਸ ਦਾ ਇੱਕ ਮੇਨ ਧੁਰਾ ਹੈ। ਤੇ ਉਹਦੇ ਖਿਲਾਫ ਕਾਰਵਾਈ ਸਰਕਾਰ ਨੇ ਕਿਉਂ ਨਹੀਂ ਕੀਤੀ, ਪੁਲਿਸ ਨੇ ਕਿਉਂ ਨਹੀਂ ਕੀਤੀ? ਆ ਜਿਹੜਾ ਮੋਨੂ ਮਾਨੇਸਰ ਹੁਣ ਬੈਠਾ ਹੈ ਜ਼ਮੀਨ ਦੇ ਉੱਤੇ ਕੰਨ ਫੜ ਕੇ, ਤੇ ਮੋਨੂ ਮਾਨੇਸਰ ਸ਼ਰੇਆਮ ਗੱਡੀਆਂ ਦੇ ਵਿੱਚ ਫੋਲੋ ਕਰਿਆ ਕਰਦੇ ਸੀ ਉਹਨਾਂ ਨੂੰ। ਉਹ ਟਰੱਕਾਂ ਦੇ ਵਿੱਚੋਂ ਸਮਾਨ ਲੈ ਕੇ ਜਾ ਰਹੇ ਸੀ, ਜਾਨਵਰ ਲੈ ਕੇ ਜਾ ਰਹੇ ਸੀਗੇ, ਗਾਵਾਂ ਲੈ ਕੇ ਜਾ ਰਹੇ ਸੀ, ਸਹੀ ਲਿਜਾ ਰਹੇ ਸੀ, ਗਲਤ ਲਿਜਾ ਰਹੇ ਸੀ। ਇਹ ਉੱਥੇ ਗੋਲੀਆਂ ਚਲਾ ਰਹੇ ਨੇ ਹਵਾ ਦੇ ਵਿੱਚ, ਉਹ ਵੀਡੀਓ ਨੇ, ਲਾਈਵ ਵੀਡੀਓ ਤੇ ਇਹਦੇ ਸਾਰੇ ਸੋਸ਼ਲ ਮੀਡੀਆ ਭਰਿਆ ਪਿਆ ਸੀ ਮੋਨੂ ਮਾਨੇਸਰ ਦਾ। ਹੁਣ ਇਹ ਇਜਾਜ਼ਤ ਕੌਣ ਦਿੰਦਾ ਹੈ ਵੀ ਤੁਸੀਂ ਖੁੱਲ੍ਹੇਆਮ ਗੋਲੀਆਂ ਚਲਾ ਰਹੇ ਹੋ? ਤੁਹਾਡੇ ਕੋਲ ਕਿਹੜੀ ਸੈਂਕਸ਼ਨ ਸੀ, ਕਿਹੜੀ ਅਥਾਰਟੀ ਸੀ? ਇਹ ਤਾਂ ਪੁਲਿਸ ਨਹੀਂ ਕਰ ਸਕਦੀ ਗੋਲੀਆਂ ਚਲਾਉਂਦੇ ਹੋਏ, ਇਹ ਮੋਨੂ ਮਾਨੇਸਰ ਕਰ ਰਿਹਾ ਹੁੰਦਾ ਸੀ। ਸੋ ਇਸ ਤਰੀਕੇ ਦਾ ਜਿਹੜਾ ਇੱਕ ਬਿਹੇਵੀਅਰ ਸੀ, ਮੈਂ ਤਾਂ ਇਸਨੂੰ ਐਕਸਟਰਾ ਲੀਗਲੀ, ਐਕਸਟਰਾ ਜੁਡੀਸ਼ੀਅਲ ਬਿਹੇਵੀਅਰ ਹੀ ਕਹਾਂਗਾ ਵੀ ਜਦੋਂ ਤੁਸੀਂ ਉਸ ਤੋਂ ਬਾਅਦ ਫਿਰ ਉਹਨੂੰ ਫੜ ਲੈਣਾ, ਮਾਰ ਕੁੱਟ ਕਰਨੀ। ਮਾਰੇ ਗਏ ਕੁਝ ਤਾਂ ਬੰਦੇ ਜਿਹੜੇ ਸੀਗੇ, ਦੋ ਕੇਸਿਸ ਹੋਏ ਇੱਥੇ, ਕੁੱਟਮਾਰ ਕਰਕੇ ਉਹਨਾਂ ਦੀ ਕਨਫੈਸ਼ਨਲ ਵੀਡੀਓਜ਼ ਬਣਾਉਣੀਆਂ, ਕਈ ਕੇਸਾਂ ਦੇ ਵਿੱਚ ਵਧੀਕੀ ਜ਼ਿਆਦਾ ਹੋ ਗਈ, ਬੰਦੇ ਮਰ ਗਏ, ਰੌਲਾ ਪੈ ਗਿਆ। ਤੇ ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਐਲੀਮੈਂਟਸ ਨੂੰ ਜਦੋਂ ਸਟੇਟ ਨੇ ਪੈਟਰਨਾਈਜ਼ ਕਰਨਾ ਸ਼ੁਰੂ ਕਰਤਾ, ਤੇ ਉਸ ਤੋਂ ਬਾਅਦ ਫਿਰ ਹੁਣ ਸੂਰਤ ਹਾਲ ਤੁਹਾਡੇ ਸਾਹਮਣੇ, ਫਿਰ ਜੇ ਨੂਜ ਤੇ ਦੰਗੇ ਹੋ ਗਏ ਮੇਵਾਤ ਵਾਲੇ, ਤੇ ਉਹਦੇ ਵਿੱਚ ਫਿਰ ਇਹੋ ਜਿਹੇ ਐਲੀਮੈਂਟ ਤਾਂ ਫਿਰ ਆਪਣੀ ਭੂਮਿਕਾ ਅਦਾ ਕਰਨਗੇ ਕਿਉਂਕਿ ਇਹਨਾਂ ਦੇ ਪਿੱਛੇ ਤਾਂ ਸਟੇਟ ਖੜੀ ਹੈ, ਰੂਲਿੰਗ ਪਾਰਟੀ ਬੈਕ ਕਰਦੀ ਪਈ ਹੈ। ਸੋ ਆਈ ਮੀਨ ਇਹ ਤਾਂ ਇਟ ਵਾਸ ਕਮਿੰਗ, ਇਹਦਾ ਤਾਂ ਸਟੇਟ ਨੂੰ ਖੁਦ ਦੇਖਣਾ ਚਾਹੀਦਾ ਸੀ ਸਰਕਾਰਾਂ ਨੂੰ। हाँ, और कि फेसबुक के जरिए लाइव वीडियो भी किया था नू कांड से पहले कि भाई सारे हिंदू आ जाओ यहाँ पे जो रैली निकालेंगे मेवात में। तो ऐसे वो मीडिया को भी फिर स्टेटमेंट दिया, कांड हो जाने के बाद भी टेलीविज़न चैनल्स को इंटरव्यूज़ दे रहे थे, तो तब तक स्टेट ने कुछ नहीं किया। तो मुझे जो लग रहा है, और मैं इसमें आपकी भी मतलब राय जानना चाहूँगा कि जैसे द स्टेट हैज़ वॉश्ड इट्स हैंड्स ऑफ, कि मतलब उसको पकड़ के राजस्थान के हवाले कर दिया। राजस्थान में कांग्रेस की सरकार है, जो लॉरेंस बिश्नोई कह रहे हैं कि भाई हमें डर है इस बात से, तो वहाँ पर स्टेट की सरकार कांग्रेस की है, और बहुत लोग बोल रहे हैं कि भाई अब तो सख्ती बरतो इस पर, क्योंकि 2 लोगों के मर्डर में इस बंदे का जो है नाम है। इसका मतलब यही है कि ही बिकेम टू हॉट और फिर इसको ड्रॉप कर दिया गया है। मुझे इसका कोई दूसरा मतलब ਜਿਹੜੀ ਵੀਡੀਓ ਵੀ ਆਈ ਹੈ ਜਿਹੜੀ ਕਿ ਮਿਊਟ ਵੀਡੀਓ ਸੀ, ਹਾਲਾਂਕਿ ਉਸ ਚੱਲਿਆ ਪਤਾ ਨਹੀਂ ਲੱਗਿਆ, ਲੇਕਿਨ ਉਸ ਚ ਸਮਝਿਆ ਜਾ ਰਿਹਾ, ਜੋ ਪੁਲਿਸ ਨੇ ਖੁਲਾਸਾ ਕੀਤਾ, ਗੁੜਗਾਉਂ ਪੁਲਿਸ ਨੇ, ਉਹ ਕਹਿੰਦੇ ਵੀ ਇਹ ਲਾਰੈਂਸ ਬਿਸ਼ਨੋਈ ਦਾ ਗੈਂਗ ਜੁਆਇਨ ਕਰਨਾ ਚਾਹੁੰਦਾ ਸੀ ਮੋਨੂ ਮਾਨੇਸਰ। ਇਹ ਪੁਲਿਸ ਨੇ ਦੱਸਿਆ, ਵੀ ਡੋਂਟ ਨੋ ਵੈਦਰ ਇਟ ਇਜ਼ ਕਰੈਕਟ ਔਰ ਨਾਟ, ਲੇਕਿਨ ਇਹਦੇ ਚ ਮਨ ਦੇ ਵਿੱਚ ਹੀ ਵਾਸ ਸੋ ਇੰਪ੍ਰੈਸਡ ਬਾਏ ਲਾਰੈਂਸ ਬਿਸ਼ਨੋਈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਨਾਲ ਕੋਈ ਮੂਵਮੈਂਟ ਦੇ ਵਿੱਚ ਜੁੜਨਾ ਚਾਹੁੰਦਾ ਸੀ। ਲਾਰੈਂਸ ਤਾਂ ਨਹੀਂ ਇਹਦੇ ਨਾਲ ਜੁੜਨਾ ਚਾਹੁੰਦਾ ਹੋਏਗਾ, ਜਾਂ ਸ਼ਾਇਦ ਉਹ ਤਾਂ ਨਹੀਂ ਚਾਹੁੰਦਾ ਹੋਏਗਾ। ਸੋ ਵੈਰੀ ਇੰਟਰਸਟਿੰਗ ਐਂਡ ਵੈਰੀ ਸਰਪ੍ਰਾਈਜ਼ਿੰਗ ਕਿ ਕਿਵੇਂ ਦਾ ਆਕਰਸ਼ਣ ਹੈ, ਕਿਵੇਂ ਦਾ ਅੰਡਰਵਰਲਡ ਦਾ
ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਹੈ ਤੇ ਬੋਲੋ ਕਹਿੰਦੇ ਭੈੜੇ ਭੈੜੇ ਯਾਰ ਤੇਰੀ ਫੱਤੋ ਦੇ ਉਵੇਂ ਲਾਰੈਂਸ ਬਿਸ਼ਨੋਈ ਦੇ ਨਾਲ ਮੋਨੂ ਮਾਨੇਸਰ ਜੁੜਨਾ ਚਾਹ ਰਿਹਾ ਜੋ ਕਿ ਖੁਦ ਇੱਕ ਕ੍ਰਿਮੀਨਲ ਪ੍ਰਵਿਰਤੀ ਹੈ। ਠੀਕ ਹੈ, ਤੁਸੀਂ ਗੌ ਰੱਖਿਆ ਦਾ ਇੱਕ ਬੜਾ ਇੱਕ ਨੋਬਲ ਕਾਜ਼ ਹੈ, ਮੈਂ ਉਸ ਦੇ ਨਾਲ ਵੀ ਆਪਣੇ ਆਪ ਨੂੰ ਰਿਲੇਟ ਕਰਦਾ। ਮੈਂ ਨਹੀਂ ਮਹਿਸੂਸ ਕਰਦਾ ਜਾਨਵਰਾਂ ਦੇ ਨਾਲ ਇਸ ਤਰੀਕੇ ਨਾਲ ਅਤਿਆਚਾਰ ਹੋਵੇ, ਜਾਨਵਰਾਂ ਨੂੰ ਮਾਰਿਆ ਕੱਟਿਆ ਵੱਢਿਆ ਜਾਵੇ, ਇਹ ਸਾਰੀਆਂ ਚੀਜ਼ਾਂ ਗਲਤ ਨੇ ਲੇਕਿਨ ਐਟ ਦ ਐਂਡ ਆਫ ਦਾ ਡੇ ਰੂਲ ਆਫ ਲਾਅ ਤਾਂ ਹੋਈ ਹੈ ਨਾ, ਜਿਹਦੇ ਵਿੱਚ ਕਿ ਸਟੇਟ ਦਾ ਰੋਲ ਹੈ ਇਹ ਲੋਕਾਂ ਨੂੰ ਰੋਕਣਾ। ਆਪਣੇ ਹੱਥ ਵਿੱਚ ਕਾਨੂੰਨ ਨਹੀਂ ਲਿਆ ਜਾ ਸਕਦਾ ਤੇ ਇੱਥੇ ਤਾਂ ਇਹਨਾਂ ਨੂੰ ਸੈਂਕਸ਼ਨ ਦਿੱਤੀ ਗਈ ਕਿ ਕਾਓ ਵਿਜੀਲੈਂਟਿਜ਼ਮ ਇੱਕ ਮੂਵਮੈਂਟ ਹੀ ਐਸੀ ਸੀ ਜਿੱਥੇ ਕਿ ਮੋਨੂ ਮਾਨੇਸਰ ਵਰਗੇ ਅਨਟ੍ਰੇਨਡ ਅਨਕੂਥ ਅਨਸਿਵਲਾਈਜ਼ਡ ਜੇ ਲੋਕ ਜਿਹੜੇ ਸੀ ਉਹ ਜਾ ਕੇ ਲੋਕਾਂ ਨੂੰ ਕ੍ਰਿਮੀਨਲਸ ਦੇ ਨਾਲ ਲੜਦੇ ਸੀ। ਬੜਾ ਵੱਡਾ ਕੁਐਸਚਨ ਹੈ ਸਿਸਟਮ ਦੇ ਉੱਤੇ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਯਾਰ ਇਹ ਬੰਦਿਆਂ ਨੇ ਗਲਤ ਕੰਮ ਕੀਤਾ, ਕਿਉਂਕਿ ਬਹੁਤ ਸੇ ਲੋਕ ਜਿਹੜੇ ਸਮਝਦੇ ਨੇ ਕਿ ਤੁਸੀਂ ਉਹ ਤਸਕਰੀ ਨੂੰ ਅਲਾਉ ਕਿਉਂ ਕਰਦੇ ਪਏ ਹੋ। ਉੱਥੇ ਆਰਗੇਨਾਈਜ਼ਡ ਮਾਫੀਆ ਐਡਾ ਸਟਰੋਂਗ ਹੈ। ਮੈਂ ਪਹਿਲਾਂ ਵੀ ਇਹ ਸ਼ਾਇਦ ਜ਼ਿਕਰ ਕੀਤਾ ਸੀ ਕਿ ਆ ਮੇਵਾਤ ਨੂੰ ਦਾ ਏਰੀਆ, ਇੱਥੇ ਆਰਗੇਨਾਈਜ਼ਡ ਮਾਫੀਆ ਐਡਾ ਸਟਰੋਂਗ ਹੈ, ਇਹਨਾਂ ਦੇ ਇਲਾਕਿਆਂ 'ਚ ਪੁਲਿਸ ਨਹੀਂ ਵੜ ਸਕਦੀ। ਜਿਹੜਾ ਰੀਜ਼ਨ ਅਸਲ ਕਮਜ਼ੋਰੀਆਂ ਕਿੱਥੇ ਖੜਦੀਆਂ ਨੇ ਤੁਸੀਂ ਜਾ ਕੇ ਰੇਡ ਕਰਕੇ ਦਿਖਾਓ। ਇਹਨਾਂ ਦੇ 10-15-20 ਤਾਂ ਬੰਦੇ ਸੋਚ ਨਹੀਂ ਸਕਦੇ ਜੇ ਪੁਲਿਸ ਦੀ ਕੋਈ ਟੀਮ ਜਾ ਕੇ ਇਹਨਾਂ ਦੇ ਇਲਾਕਿਆਂ 'ਚ ਵੜ ਕੇ ਉਹਨਾਂ ਤਸਕਰਾਂ ਨੂੰ ਤੁਸੀਂ ਚੈਲੰਜ ਕਰ ਦਿਓ ਜਾਂ ਉਹਨਾਂ ਦੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਵੜ ਜਾਓ, ਤੁਹਾਨੂੰ ਵੈਸੇ ਹੀ ਉਹ ਗਾਇਬ ਕਰ ਦੇਣਗੇ। ਇਹ ਹਾਲਤ ਹੈ। ਉੱਥੇ 150-150 200 ਪੁਲਿਸ ਵਾਲਾ ਜਦੋਂ ਦਬਿਸ਼ ਕਰਨ ਜਾਂਦਾ ਤਾਂ ਉਹ ਉੱਥੇ ਵੀ ਇੱਕ ਅਲੱਗ ਹੀ ਦਹਿਸ਼ਤ ਦਾ ਆਲਮ ਹੈ। ਤੁਸੀਂ ਉਹਨਾਂ ਲੋਕਾਂ ਨੂੰ ਵੀ ਦੁੱਧ ਦੇ ਧੁਲੇ ਨਹੀਂ ਕਹਿ ਸਕਦੇ ਜਿਹੜੇ ਤਸਕਰੀਆਂ ਕਰਦੇ ਨੇ। ਤੇ ਫਿਰ ਮੋਨੂ ਮਾਨੇਸਰ ਵਰਗੇ ਜਦੋਂ ਕਾਨੂੰਨ ਆਪਣੇ ਹੱਥ ਵਿੱਚ ਲੈਂਦੇ ਨੇ, ਹੁਣ ਇੱਥੇ ਆਪਾਂ ਤਾਂ ਹਿੰਦੁਸਤਾਨ ਦੀ ਗੱਲ ਕਰ ਰਹੇ ਨਾ, ਜਮਹੂਰੀਅਤ, ਡੈਮੋਕ੍ਰੇਸੀ, ਰੂਲ ਆਫ, ਮਤਲਬ ਦੁਨੀਆ ਦੇ ਵਿੱਚ ਤਾਂ ਆਪਾਂ ਕਹਿ ਰਹੇ ਹਾਂ ਕਿ ਅਸੀਂ ਬੜੇ ਤਾਕਤਵਰ ਮੁਲਕ ਹੈ। ਆ ਦਿੱਲੀ ਤੋਂ ਤੁਹਾਡੇ 30-40 ਕਿਲੋਮੀਟਰ ਦੂਰ ਦਾ ਏਰੀਆ ਨਹੀਂ ਜਿੱਥੇ ਕਿ ਤੁਹਾਡੀ ਪੁਲਿਸ ਦੀ ਵੜਨ ਦੀ ਹਿੰਮਤ ਨਹੀਂ ਹੈ। ਇਹ ਐਕਚੁਅਲ ਮੈਂ ਦੱਸ ਰਿਹਾ, ਦਿਸ ਇਜ਼ ਦ ਗਰਾਊਂਡ ਰਿਐਲਿਟੀ ਐਂਡ ਦੈਟ ਇਜ਼ ਉਸ ਏਰੀਆ ਦਾ ਤਾਣਾ ਬਾਣਾ ਕੁਝ ਇਹੋ ਜਿਹਾ ਹੈਗਾ ਜਿੱਥੇ ਤੁਸੀਂ ਨਹੀਂ ਉੱਥੇ ਵੜ ਸਕਦੇ। ਸੋ ਉੱਥੇ ਫਿਰ ਇਹੋ ਜਿਹੇ ਕਾਓ ਵਿਜੀਲੈਂਟਿਜ਼ਮ ਜਿਹਦੀ ਲਾਠੀ ਉਹਦੀ ਭੈਂਸ, ਉਧਰੋਂ ਉਹ ਲੱਗੇ ਹੋਏ ਨੇ, ਇੱਧਰੋਂ ਇਹ ਲੱਗੇ ਹੋਏ ਨੇ, ਜਿੱਥੇ ਇਹਨਾਂ ਦਾ ਦਾ ਲੱਗਦਾ ਉੱਥੇ ਫੜ ਕੇ। ਪਰ ਦਿਸ ਇਜ਼ ਵਾਟ ਦਾ ਰੂਲ ਆਫ ਲਾਅ ਤਾਂ ਨਹੀਂ ਇਹੋ ਜਿਹਾ ਹੁੰਦਾ, ਇਹ ਤਾਂ ਅਨਰੂਲੀ ਜਿਹੇ ਹਾਲਾਤ ਹੁੰਦੇ ਨੇ। ਲੇਕਿਨ ਇਹ ਸਥਿਤੀਆਂ ਹੈਗੀਆਂ, ਦੀਜ਼ ਆਰ ਦਾ ਗਰਾਊਂਡ ਰਿਐਲਿਟੀਜ਼ ਜਿਹਦੇ ਨਾਲ ਤੁਸੀਂ ਕੋਪ ਨਹੀਂ ਕਰ ਪਾ ਰਹੇ। ਤਾਂ ਕਰਕੇ ਮੋਨੂ ਮਾਨੇਸਰ ਵਰਗਿਆਂ ਨੂੰ ਪੁਲਿਸ ਵਾਲੇ ਵੀ ਨਾਲ ਖੜਾ ਕਰਦੇ ਸੀਗੇ। ਕਿਉਂ? ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਹਦੀ ਤਸਵੀਰਾਂ ਨਜ਼ਰ ਆਈਆਂ, ਬਿਕੋਜ਼ ਉਹਨਾਂ ਨੂੰ ਵੀ ਲੱਗਿਆ ਵੀ ਇਹੋ ਜਿਹੇ ਕ੍ਰਿਮੀਨਲ, ਉਹ ਕਹਿੰਦੇ ਨੇ ਲੋਹੇ ਨੂੰ ਲੋਹਾ ਕੱਟਦਾ ਹੈ, ਉਹਨੂੰ ਲੱਗਿਆ ਹੋਣਾ ਕਿ ਨਹੀਂ ਆਹੀ ਮੋਨੂ ਮਾਨੇਸਰ ਵਰਗੇ ਹੀ ਕੱਟ ਸਕਦੇ ਨੇ ਤੇ ਇਹੋ ਜਿਹੇ ਬੰਦੇ ਨੂੰ ਅੱਗੇ ਕਰੋ, ਹੱਲਾਸ਼ੇਰੀ ਦਿਓ। ਤੇ ਇਹ ਲੋਕ ਇਹਨਾਂ ਨੂੰ ਪਤਾ ਹੈ ਵੀ ਵਰਤੇ ਜਾ ਰਹੇ ਨੇ, ਜਦ ਤੱਕ ਫਾਇਦਾ ਮਿਲ ਰਿਹਾ ਤਦ ਤੱਕ ਠੀਕ ਹੈ। ਹੁਣ ਪਤਾ ਨਹੀਂ ਕਿੰਨੇ ਦੇਰ ਤੱਕ ਰਹੇਗਾ, ਉਸ ਤੋਂ ਬਾਅਦ ਫੇਰ ਆ ਕੇ ਫਿਰ ਇਹਨਾਂ ਲਈ ਤਾਂ ਇਹ ਚੀਜ਼ਾਂ ਤਰੱਕੀ ਦਾ ਕਾਰਨ ਹੀ ਹੁੰਦੀਆਂ ਨੇ। ਇਹਨਾਂ ਲਈ ਜੇਲਾਂ ਜੂਲਾਂ ਕੋਈ ਜ਼ਿਆਦਾ ਮੈਟਰ ਕਰਦੀਆਂ ਨਹੀਂ ਹੈ। ਸੋ ਦੇ ਵਿਲ ਫਾਈਨਲੀ, ਮੈਨੂੰ ਲੱਗਦਾ ਇਹਨਾਂ ਦਾ ਤਾਂ ਜਿਹੜਾ ਪੋਲੀਟੀਕਲ ਕੈਰੀਅਰ ਵਧੀਆ ਹੋਏਗਾ ਜੇ ਇਹ ਲੋਕ ਜੇਲ੍ਹ ਤੋਂ ਨਿਕਲ ਆਉਂਦੇ ਨੇ, ਇਹਨਾਂ ਦੇ ਖਿਲਾਫ ਐਡੇ प्रेसिंग चार्जेस नहीं लगते। हाँ, वो काओ विजिलेंटिज्म, गौ रक्षा तो एक बड़ा कंटेंशियस टॉपिक रहा ही है, शुरू से ही रहा है। और प्राइम मिनिस्टर नरेंद्र मोदी ने भी, जो ऊना में एक फ्लॉगिंग हुआ था दलित लड़कों का, उसके बाद उन्होंने बोला था कि गौ रक्षा वही लोग करते हैं जो मतलब दिन में क्रिमिनल्स हैं, नहीं दिन में गौ रक्षा करते हैं, रात में क्राइम करते हैं। तो क्रिमिनल किस्म के लोग जो है ये कर रहे हैं। उसके बाद जो है मोदी साहब को बहुत स्ट्रांगली क्रिटिसाइज़ किया गया हिंदू राइट विंग की तरफ से ही। तो ये मतलब स्टेट की तरफ से जब भी एक मैसेजिंग देने की कोशिश हुई है, वहाँ पे काउंटर्स आ गए। अब इस बार मोनू मानेसर के केस में भी वही हो रहा है। बहुत लोग बोल रहे हैं कि भाई इसको क्यों राजस्थान पुलिस के हवाले कर दिया। जो मुझे लग रहा है, जैसे आपने भी जो इंडिकेट किया कि एक गैंगस्टर हो या कोई एक एंटी सोशल एलिमेंट हो, उसको एक सपोर्ट तो चाहिए होता है, नहीं तो फिर उसका जो है भविष्य पता नहीं कैसा हो। तो अपने सर्वाइवल के लिए शायद ये बोला जा रहा है कि भाई हमें टेररिस्ट ना बोलो, भगत सिंह का टी शर्ट पहनने दो, या फिर जो है हमें इसके हवाले ना करो, हमने कोई गलत काम नहीं किया। एक बहुत अच्छा आर्टिकल प्रिंट में लिखा किसी ने कि अपेरेंटली अब हरियाणा के गाँव में लोगों को लगने लगा है कि गौ रक्षा करना मतलब सरकारी नौकरी करने के बराबर है, कि सरकार की जो है वहाँ पे इजाज़त है। तो ये भी एक बात है। आखिर में आप क्या कहना चाहेंगे? ये जो 38 सेकंड का जो वीडियो, देखो ये जो सॉरी वीडियो के बाद वीडियो या फिर जो ओवरऑल सिचुएशन आपको दिख रहा है, मैं इस ते यही कहना चाहांगा कि जिवें लॉरेंस बिश्नोई ਨੂੰ ਇਤਰਾਜ਼ ਹੈ ਵੀ ਉਹਨੂੰ ਅੱਤਵਾਦੀ ਨਾ ਕਿਹਾ ਜਾਏ। ਜ਼ਿਆਦਾਤਰ ਕ੍ਰਿਮੀਨਲਸ ਨੂੰ ਇਤਰਾਜ਼ ਹੋਏਗਾ ਅੱਤਵਾਦੀ ਸ਼ਬਦ ਤੇ। ਨੋਬਡੀ ਵਾਂਟਸ ਟੂ ਬੀ ਕਾਲਡ ਅ ਟੈਰਰਿਸਟ, ਠੀਕ ਹੈ ਨਾ। ਤੇ ਬਹੁਤ ਸੇ ਲੋਕ ਹੈਗੇ ਨੇ, ਜੱਗੀ ਜੌਹਲ ਵਰਗੇ ਲੋਕ ਜਿਹੜੇ ਕਿ 6-6 ਸਾਲਾਂ ਤੋਂ ਜੇਲ੍ਹ 'ਚ ਬੈਠੇ ਨੇ, ਸਿਰਫ 3-4 ਹਜ਼ਾਰ ਪਾਉਂਡ ਉਹਨਾਂ ਨੇ ਦਿੱਤੇ ਕਿਸੇ ਨੂੰ ਵਿਦੇਸ਼ ਦੇ ਵਿੱਚ, ਉਹਨੂੰ ਟੈਰਰ ਫੰਡਿੰਗ ਦਾ ਕੇਸ ਬਣਾ ਕੇ NIA ਨੇ ਉਹਨਾਂ ਨੂੰ ਵੀ ਟੈਰਰਿਸਟ ਬਣਾਤਾ। ਅੱਜ 6 ਸਾਲ ਤੋਂ ਬਿਨਾਂ ਮੁਕੱਦਮੇ ਤੇ, ਬਿਨਾਂ ਟ੍ਰਾਇਲ, ਸ਼ੁਰੂ ਵੀ ਨਹੀਂ ਹੋਇਆ ਟ੍ਰਾਇਲ ਅਜੇ ਤੱਕ, ਠੀਕ ਹੈ ਨਾ। ਸਕਾਟਿਸ਼ ਸਿਟੀਜ਼ਨ ਹੈ ਲੇਕਿਨ, ਹਾਂ UK ਦੇ ਸਿਟੀਜ਼ਨ ਹੈਗੇ ਨੇ। ਸੋ ਉਹ ਜੇਲ੍ਹ 'ਚ ਬੈਠੇ ਨੇ, ਠੀਕ ਹੈ ਨਾ। ਇਸ ਤਰੀਕੇ ਦੀ ਹੋਰ ਵੀ ਘਟਨਾਵਾਂ ਹੁੰਦੀਆਂ ਨੇ। ਸੋ ਇੱਥੇ ਜਾਂਚ ਏਜੰਸੀਆਂ ਨੂੰ ਵੀ ਥੋੜਾ ਜਿਹਾ ਦੇਖਣਾ ਪੈਣਾ, ਸਮਝਣਾ ਪੈਣਾ। ਹਾਲਾਂਕਿ ਲਾਰੈਂਸ ਬਿਸ਼ਨੋਈ ਦੇ ਕੇਸ ਦੇ ਵਿੱਚ ਆਪਾਂ ਕੋਈ ਰਿਆਇਤ ਦੀ ਡਿਮਾਂਡ ਨਹੀਂ ਕਰਦੇ। ਜੇ ਉਹਦੀ ਇਨਵੋਲਵਮੈਂਟ ਹੈ ਤਾਂ ਜਾਂਚ ਏਜੰਸੀਆਂ ਵੀ ਉਵੇਂ ਜੋ ਕਰਨ ਉਹ ਆਪਣਾ ਕੰਮ ਠੀਕ ਕਰ ਰਹੀਆਂ ਨੇ। ਤੇ ਕਿਤੇ ਨਾ ਕਿਤੇ ਚੀਜ਼ ਕਰਨ ਦੀ ਲੋੜ ਸੀ, ਕਿਉਂਕਿ ਜਦ ਤੱਕ ਸੀ ਹੋਇਆ ਇਹ ਸੀਗਾ ਵੀ ਇਹਨਾਂ ਦੀ ਵਾਰਦਾਤਾਂ
ਮੈਂ ਪਹਿਲਾਂ ਵੀ ਇਸ ਚੀਜ਼ ਨੂੰ ਕਹਿੰਦਾ ਰਿਹਾ ਕਿ ਇਸ ਕੱਲੀ ਇੱਕ ਸਟੇਟ ਪੁਲਿਸ ਨਹੀਂ ਹੈਂਡਲ ਕਰ ਸਕਦੀ। ਦੇ ਹੈਵ ਬੀਨ ਵਰਕਿੰਗ ਅਕ੍ਰੋਸ ਡਿਫਰੈਂਟ ਸਟੇਟਸ। ਮੈਂ ਲਾਰੈਂਸ ਬਿਸ਼ਨੋਈ ਦੇ ਕ੍ਰਿਮੀਨਲ ਨੈਟਵਰਕ ਦੀ ਗੱਲ ਕਰ ਰਿਹਾ। ਇੱਕ ਪਾਸੇ ਕਰ ਦੋ, ਸਾਰੀ ਸਟੇਟਾਂ ਲੱਗੀਆਂ ਹੋਈਆਂ, ਹਰਿਆਣਾ ਆਪਣਾ ਲੱਗਿਆ, ਪੰਜਾਬ ਆਪਣਾ, ਦਿੱਲੀ ਆਪਣਾ, ਰਾਜਸਥਾਨ ਆਪਣਾ, ਇਹਨਾਂ ਦਾ ਤਾਂ ਸਾਰਾ ਹੈ। ਹੁਣ NIA ਨੇ ਜੋ ਕੀਤਾ, ਉਹਨਾਂ ਨੇ ਇੱਕ ਕੇਸ ਤਿਆਰ ਕਰਕੇ ਉਹਨਾਂ ਨੇ ਕਿਹਾ ਵੀ ਸਾਰਾ ਆਪਣੇ ਹੱਥ 'ਚ ਲਓ ਐਂਡ ਦੈਨ ਡੀਲ ਦੈਮ ਔਨ ਅ ਸਿੰਗੂਲਰ ਬੇਸਿਸ। ਉਹਨਾਂ ਨੂੰ ਤਕਲੀਫ ਉਸ ਚੀਜ਼ ਤੋਂ ਹੈ ਕਿਉਂਕਿ ਜਦੋਂ NIA ਆ ਗਈ ਪਿਕਚਰ 'ਚ, UAPA ਆ ਗਿਆ ਪਿਕਚਰ 'ਚ, ਹੁਣ NIA ਨੇ ਕੀਤਾ ਕੀ ਹੈ ਜਿਸ ਤੋਂ ਇਹਨਾਂ ਨੂੰ ਤਕਲੀਫ ਹੈ। ਮੈਂ ਉਹ ਚੰਗਾ ਆਪਾਂ ਪੁਆਇੰਟ ਜਾਂਦੇ ਜਾਂਦੇ ਟੱਚ ਕਰ ਲਈਏ। ਲਖਵੀਰ ਸਿੰਘ ਲੰਡੇ ਹਰੀਕੇ ਜਾਂ ਰਿੰਦੇ ਸੰਧੂ ਵਰਗੇ ਜਿਹੜੇ ਅੱਤਵਾਦੀ ਹੈਗੇ ਨੇ, ਅੱਤਵਾਦੀ ਬ੍ਰਾਂਡਡ ਹੈਗੇ ਨੇ, ਠੀਕ ਉਸੇ ਤਰ੍ਹਾਂ ਜਿਵੇਂ ਉਹਨਾਂ ਦੀ ਜਾਇਦਾਦਾਂ ਕੁਰਕ ਹੋਣੀਆਂ ਸ਼ੁਰੂ ਹੋਈਆਂ ਨੇ। ਆਰ ਯੂ ਗੈਟਿੰਗ ਮਾਈ ਪੁਆਇੰਟ? ਇਹਨਾਂ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਦੈਟਸ ਵਾਈ ਦੇ ਡੋਂਟ ਵਾਂਟ ਟੂ ਬੀ ਇਨ ਦੈਟ ਕੈਟੇਗਰੀ। ਹੁਣ ਪਿੱਛੇ ਲਖਵੀਰ ਲੰਡੇ ਹਰੀਕੇ ਦੀ ਅਗਸਤ ਦੇ ਮਹੀਨੇ ਦੇ ਪਹਿਲੇ ਹਫਤੇ ਵਿੱਚ ਉਹਦੀ ਜਾਇਦਾਦ ਕੁਰਕ ਕਰ ਲਈ ਗਈ। ਰਿੰਦੇ ਸੰਧੂ ਦੇ ਨਾਲ ਦੇ ਮੁੰਡਿਆਂ ਦੀ ਜਿਹੜੇ 4 ਮੁੰਡੇ ਫੜੇ ਗਏ ਸੀ ਜਿਨ੍ਹਾਂ ਦੇ ਕਰਨਾਲ 'ਚ ਜਿਹੜੇ IED ਲੈ ਕੇ ਜਾ ਰਹੇ ਸੀ, ਉੱਥੇ ਐਕਸਪਲੋਸਿਵਸ ਲੈ ਕੇ ਜਾ ਰਹੇ ਸੀ, ਇਹਨਾਂ ਨੇ ਉੱਥੇ ਤੇਲੰਗਾਨਾ ਛੱਡਨੇ ਸੀ, ਉਹ ਮੁੰਡਿਆਂ ਦੀ ਸੰਪੱਤੀਆਂ ਜਾਇਦਾਦਾਂ ਕੁਰਕ ਹੋ ਰਹੀਆਂ ਨੇ। ਠੀਕ ਉਸੇ ਤਰ੍ਹਾਂ ਤੇ ਜਿਵੇਂ ਨਸ਼ੇ ਦੇ ਤਸਕਰਾਂ NDPS ਐਕਟ ਦੇ ਵਿੱਚ ਤਾਂ ਤੁਸੀਂ ਕੁਰਕੀਆਂ ਕਰ ਸਕਦੇ ਹੋ, ਉਹਨਾਂ ਦੀ ਜਾਇਦਾਦਾਂ ਨੂੰ, ਸੰਪੱਤੀਆਂ ਜ਼ਬਤ ਕਰ ਸਕਦੇ ਹੋ। ਅਸਲ ਦੇ ਵਿੱਚ ਇਹਨਾਂ ਦਾ ਡਰ ਉੱਥੋਂ ਨਿਕਲਦਾ। ਦੈਟਸ ਵਾਟ ਆਈ ਫੀਲ। सो ਹੁਣ आहिस्ता आहिस्ता ये आ रहे हैं उस पास से। इमेज मेकओवर तो है ही, लेकिन अभी फैक्टर हो सकता है। इसमें जो इंटरेस्टिंग चीज़ मुझे लगी वो कि IG प्रेजेंस पंजाब ने बोला कि हमारे जेल में बैठ के जो है वीडियो नहीं बना। वीडियो का अलग इशू है। वीडियो इस वास्ते क्योंकि ਉਹਦੇ ਨਾਲ ਲਾਰੈਂਸ ਬਿਸ਼ਨੋਈ ਦੇ ਨਾਲ ਰਾਜੂ ਬਸੋੜੀ ਬੈਠਾ ਹੈ ਤੇ ਰਾਜਕੁਮਾਰ ਉਹਦਾ ਨਾਂ ਹੈ, ਥਾਈਲੈਂਡ ਤੋਂ ਉਹਨੂੰ ਲੈ ਕੇ ਆਇਆ ਗਿਆ ਸੀ। ਰਾਜੂ ਬਸੋੜੀ ਇਜ਼ ਅਗੇਨ ਅ ਵੈਰੀ ਡ੍ਰੈਡਡ ਕ੍ਰਿਮੀਨਲ ਤੇ ਉਹ ਪੰਜਾਬ 'ਚ ਆਇਆ ਨਹੀਂ, ਜਿੱਥੇ ਤੱਕ ਜੋ ਮੇਰੀ ਸੋਚ ਕਹਿੰਦੀ ਹੈ ਕਿ ਰਾਜੂ ਬਸੋੜੀ ਨੂੰ ਪੰਜਾਬ ਸ਼ਾਇਦ ਨਾ ਆਇਆ ਹੋਵੇ ਜੇਲ੍ਹ 'ਚ, ਤਾਂ ਕਰਕੇ ਪੰਜਾਬ ਦੇ IG ਪ੍ਰਿਜ਼ਨ ਨੇ ਫਟਾਫਟ ਆਪਣਾ ਬਿਆਨ ਛੱਡਦਾ ਵੀ ਸਾਡੀ ਜੇਲ੍ਹ 'ਚ ਨਹੀਂ ਹੈ ਕਿਉਂਕਿ ਰਾਜੂ ਬਸੋੜੀ ਕਦੇ ਇਕੱਠਾ ਹੋਇਆ ਹੀ ਨਹੀਂ ਪੰਜਾਬ ਦੀ ਜੇਲ੍ਹ 'ਚ। ਸੋ ਦੈਟ ਇਜ਼ ਵਨ ਰੀਜ਼ਨ ਵਾਈ ਦੇ ਵਾਂਟ ਆਪਣਾ ਪੱਲਾ ਝਾੜਨਾ, ਕਿਉਂਕਿ ਪਹਿਲਾਂ ਇੰਟਰਵਿਊ ਤਾਂ ਇੰਨੀ ਫਜ਼ੀਹਤ ਹੋ ਚੁੱਕੀ ਹੈ ਪੰਜਾਬ ਦੀ ਜੇਲ੍ਹਾਂ ਦੀ। ਸੋ ਉਹਨਾਂ ਦੇ ਵਿਚਾਰਿਆਂ ਨੇ ਕਹਿੰਦੇ ਵੀ ਉਹਨਾਂ ਨੂੰ ਤਾਂ ਹਰ ਝਾੜ ਦੇ ਪਿੱਛੇ ਦਿਸਦਾ ਕਿ ਕਿਤੇ ਸਾਡਾ ਨਾ ਇਲਜ਼ਾਮ ਲੱਗ ਜਾਵੇ। ਪਾਲਾ ਹੁੰਦਾ ਨਾ ਅੰਦਰ ਬੰਦੇ ਤੇ, ਡਰ ਹੁੰਦਾ, ਉਹਦਾ ਵਿਚਾਰੇ ਆਪਣੀ ਜਸਟੀਫਿਕੇਸ਼ਨ ਦੇ ਰਹੇ ਨੇ ਕਿ ਉਹ ਤਾਂ ਸਾਡੀ ਜੇਲ੍ਹ 'ਚ ਇਕੱਠੇ ਨਹੀਂ ਸੀ। बट ये पुरानी होएगी कोई वीडियो दिल्ली दी किधर बोला है 2 साल पुराना वीडियो है, लेकिन वो ये निकला, ये इंटरेस्टिंग बात है कि 2 साल बाद भी ऐसे तार जुड़े हुए दिखे तो यही नहीं एक चीज़ ਤੁਸੀਂ ਹਲੇ ਇੱਕ ਦੂਸਰੇ ਵੀਡੀਓ ਦਾ ਜ਼ਿਕਰ ਨਹੀਂ ਕੀਤਾ, ਤਾਂ ਤੁਸੀਂ ਉਹ ਵੀਡੀਓ ਜਿਹੜਾ ਕਿ ਮੀਡੀਆ ਚਰਚਾ 'ਚ ਹੈ। ਇੱਕ ਹੋਰ ਹਰਿਆਣਾ ਪੁਲਿਸ ਨੇ ਇੱਕ ਵੀਡੀਓ ਫੜਿਆ, ਵੀਡੀਓ ਨਹੀਂ ਹੈ ਉਹ, ਇਨਫੈਕਟ ਕਾਲ ਚੈਟ ਡਿਟੇਲਸ ਨੇ ਮੋਨੂ ਮਾਨੇਸਰ ਦੀਆਂ ਅਨਮੋਲ ਬਿਸ਼ਨੋਈ ਦੇ ਨਾਲ। ਹਾਂ ਰਾਈਟ। ਹੁਣ ਉਹ ਜਿਹੜੀ ਮੋਨੂ ਮਾਨੇਸਰ ਤੇ ਅਨਮੋਲ ਬਿਸ਼ਨੋਈ ਦੀ ਚੈਟ ਹੈ, ਉਹਦੇ ਵਿੱਚ 27 ਅਗਸਤ ਤੇ 10 ਸਤੰਬਰ 2 ਤਰੀਕਾਂ ਨੂੰ ਦੋਵਾਂ ਦੀ ਗੱਲ ਹੁੰਦੀ ਹੈ। ਦੋਵਾਂ ਦਿਨ ਐਤਵਾਰ ਸੀਗਾ ਤੇ ਇਸੇ ਸਾਲ 27 ਅਗਸਤ ਤੇ 10 ਸਤੰਬਰ ਨੂੰ ਐਤਵਾਰ ਸੀ, ਪਿਛਲੇ ਸਾਲ ਨਹੀਂ ਸੀ ਜਾਂ ਉਸ ਤੋਂ ਪਿਛਲੇ ਸਾਲ ਵੀ ਨਹੀਂ ਸੀ, ਵਿਚ ਮੀਨਸ ਤੇ ਉਸ 'ਚ ਅਨਮੋਲ ਬਿਸ਼ਨੋਈ ਮੋਨੂ ਮਾਨੇਸਰ ਨੂੰ ਕਹਿੰਦਾ ਕਿ ਤੂੰ ਭਾਈ ਦੇ ਨਾਲ ਗੱਲ ਕਰ ਲੈ, ਉਹਦਾ ਫੋਨ ਚੱਲ ਚੁੱਕਾ ਹੈ, ਸਿਗਨਲ ਚੱਲ ਚੁੱਕਾ ਹੈ। ਹਾਂ ਤੇ 10 ਸਤੰਬਰ ਨੂੰ ਲਾਰੈਂਸ ਬਿਸ਼ਨੋਈ ਕਿੱਥੇ ਹੁੰਦਾ ਹੈ? ਗੁਜਰਾਤ ATS ਦੀ ਕਸਟਡੀ ਵਿੱਚ। ਵੱਡਾ ਕੁਐਸਚਨ ਇਹ ਹੈ, ਉਹ ਵੀਡੀਓ ਮੇਰੇ ਲਈ ਇੰਪੋਰਟੈਂਟ ਨਹੀਂ ਹੈ, ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕਰ ਚੁੱਕਾ ਹਾਂ ਕਿ ਪੁਆਇੰਟ ਇਹ ਹੈ ਕਿ ਸਿਗਨਲ ਚੱਲ ਚੁੱਕਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਗੁਜਰਾਤ ATS ਦੀ ਕਸਟਡੀ ਵਿੱਚ 10 ਸਤੰਬਰ ਨੂੰ। ਇਹ ਮੈਸੇਜ ਅਨਮੋਲ ਦੱਸ ਰਿਹਾ, ਆਪਾਂ ਨਹੀਂ ਕਹਿ ਰਹੇ, ਸਾਡੇ ਕਿਆਸ ਨਹੀਂ ਹੈਗੇ ਨਾ, ਇਹ ਤਾਂ ਉਹਦੇ 'ਚ ਬਰਾਮਦ ਹੋਇਆ ਹੈਗਾ ਵੀ ਆਪਸ ਦੇ ਵਿੱਚ ਮੋਨੂ ਮਾਨੇਸਰ ਦੀ ਗੱਲ ਹੋਣੀ ਹੈ। ਐਂਡ ਉਸ ਤੋਂ ਮੈਨੂੰ ਲੱਗਦਾ ਕੁਝ ਦਿਨ ਬਾਅਦ ਮੋਨੂ ਮਾਨੇਸਰ ਗ੍ਰਿਫਤਾਰ ਹੋ ਜਾਂਦਾ ਹੈ, ਉਹਦੇ ਮੋਬਾਈਲ 'ਚੋਂ ਸਾਰਾ ਰਿਕਵਰੀ ਹੋ ਜਾਂਦੀ ਹੈ। ਸੋ ਡੌਨ ਤਾਂ ਜੇਲ੍ਹ ਦੇ ਵਿੱਚ ਮਸਤ ਹੈ। ਵੀਡੀਓ में डॉन मस्त थे सिस्टम पस्त। ये अच्छा हेडलाइन हो सकता है मेरे ख्याल से, जो न्यूज़ वाले सुन रहे हैं मेरे ख्याल से एक बहुत ही इंटरेस्टिंग हेडलाइन हो सकता है। आज की इस चर्चा में जुड़ने के लिए आपका बहुत शुक्रिया रितेश जी। धन्यवाद जी। आप लोगों का भी बहुत बहुत शुक्रिया अपना कीमती वक्त हमें देने के लिए।